ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੱਕ ਵਾਰ ਫਿਰ ਤੋਂ ਸਵਾਗਤ ਹੈ ਪਰਮ ਟੀਵੀ ਦੇ ਇਸ ਨਿਵੇਕਲੇ ਉਪਰਾਲੇ ਵਿੱਚ ਤੁਹਾਡੇ ਸਾਰਿਆਂ ਦਾ ਬੀ ਫੋਰ ਬੋਡੀ, ਜਿਹਦੇ ਵਿੱਚ ਅਸੀਂ ਜੋ ਇੱਕ ਪ੍ਰਣ ਕਰਕੇ ਚੱਲੇ ਸੀ ਕਿ ਪਰਮ ਟੀਵੀ ਦਾ ਜੋ ਮੁੱਖ ਉਦੇਸ਼ ਸੀ ਕਿ ਵਿਅਕਤੀ ਵਿਸ਼ੇਸ਼ ਦੇ ਬੌਧਿਕ, ਸਪਿਰਚੁਅਲ ਅਤੇ ਸਰੀਰਕ ਵਿਕਾਸ ਵੱਲ ਧਿਆਨ ਰੱਖਣਾ, ਉਹਦੇ ਆਲ ਰਾਊਂਡ ਡਿਵੈਲਪਮੈਂਟ ਵੱਲ ਧਿਆਨ ਰੱਖਣਾ। ਅਤੇ ਜਿਹਦੀ ਅਸੀਂ ਸਟਾਰਟਿੰਗ ਕੀਤੀ ਸੀ ਬੌਧਿਕ ਅਤੇ ਆਤਮਿਕ ਵਿਕਾਸ ਦੇ ਨਾਲ, ਅਤੇ ਹੁਣ ਅਸੀਂ ਆਪਣਾ ਜੋ ਨਵਾਂ ਪ੍ਰੋਗਰਾਮ ਉਹ ਸਟਾਰਟ ਕਰਨ ਜਾ ਰਹੇ ਹਾਂ ਬੀ ਫੋਰ ਬੋਡੀ, ਜਿਹਦੇ ਵਿੱਚ ਅਸੀਂ ਆਪਣੀ ਸਿਹਤ ਦੀ ਕਿੱਦਾਂ ਸੰਭਾਲ ਕਰ ਸਕਦੇ ਹਾਂ। ਸੋ ਇਸੇ ਹੀ ਫੀਲਡ ਦੇ ਨਾਲ ਸੰਬੰਧਿਤ ਵੱਖ-ਵੱਖ ਆਪਣੇ ਵਿਸ਼ਿਆਂ ਦੇ ਮਾਹਿਰ ਜੋ ਡਾਕਟਰ ਸਾਹਿਬਾਨ, ਅਸੀਂ ਉਹਨਾਂ ਨੂੰ ਇੱਥੇ ਬੁਲਾਉਣ ਦਾ ਯਤਨ ਕਰਦੇ ਹਾਂ ਅਤੇ ਉਹਨਾਂ ਤੋਂ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਆਪਣੀ ਸਿਹਤ ਨੂੰ ਬਹੁਤ ਅੱਛੇ ਤਰੀਕੇ ਨਾਲ ਸੰਭਾਲ ਸਕਦੇ ਹਾਂ ਅਤੇ ਚਿਰ ਸਥਾਈ, ਜਿਸ ਨੂੰ ਕਹਿੰਦੇ ਕਿ ਪਰਮਾਨੈਂਟ ਬਣਾ ਸਕਦੇ ਹਾਂ। ਮੇਰੇ ਖਿਆਲ ਦੇ ਵਿੱਚ ਜੋ ਮੇਰਾ ਮੰਨਣਾ ਹੈ ਕਿ ਰੱਬ ਨੇ ਜੋ ਸਾਨੂੰ ਇਹ ਜੀਵਨ ਦਿੱਤਾ ਹੈ, ਰੋਗੀ ਹੋਣ ਲਈ ਨਹੀਂ ਦਿੱਤਾ। ਰੋਗੀ ਇਸ ਨੂੰ ਅਸੀਂ ਆਪਣੀ ਗਲਤੀਆਂ ਨਾਲ, ਆਪਣੀਆਂ ਕਹਿ ਲਓ ਕਿ ਜੋ ਅੱਛੀਆਂ ਆਦਤਾਂ ਨਹੀਂ ਅਪਣਾਉਂਦੇ, ਕਈ ਫੀਲਡ ਵਿੱਚ ਹੋ ਸਕਦੀਆਂ ਹਨ। ਇਹ ਸਾਡੀ ਡਾਈਟ ਦੀਆਂ ਅੱਛੀਆਂ ਆਦਤਾਂ ਹੋ ਸਕਦੀਆਂ ਹਨ, ਇਹ ਸਾਡੇ ਰੋਜ਼ ਦੇ ਕਾਰ ਵਿਵਹਾਰ ਦੀਆਂ ਅੱਛੀਆਂ ਆਦਤਾਂ ਹੋ ਸਕਦੀਆਂ ਹਨ, ਜਿਨ੍ਹਾਂ ਤੋਂ ਕਈ ਵਾਰ ਅਸੀਂ ਅਵੇਸਲੇ ਹੋ ਜਾਂਦੇ ਹਾਂ ਅਤੇ ਆਪਣੇ ਆਪ ਨੂੰ ਰੋਗੀ ਕਰ ਬੈਠਦੇ ਹਾਂ। ਸੋ ਅੱਜ ਕੁਛ ਇਹੋ ਜਿਹੀ ਹੀ ਫੀਲਡ ਬਾਰੇ ਅਸੀਂ ਗੱਲ ਕਰਾਂਗੇ, ਜਿਹਦੇ ਵਿੱਚ ਅਸੀਂ ਦੇਖਾਂਗੇ ਕਿ ਇਹੋ ਜਿਹੇ ਕਿਹੜੇ ਤੌਰ ਤਰੀਕੇ ਅਸੀਂ ਅਪਣਾਈਏ ਆਪਣੀ ਲਾਈਫ ਨੂੰ ਲੈ ਕੇ, ਜਿਹਦੇ ਨਾਲ ਅਸੀਂ ਰੋਗ ਮੁਕਤ ਹੋ ਜਾਈਏ, ਜਾਂ ਕਹਿ ਲਓ ਰੋਗੀ ਹੋਈਏ ਨਾ। ਸੋ ਇਸੇ ਹੀ ਵਿਸ਼ੇ 'ਤੇ ਚਰਚਾ ਕਰਨ ਲਈ ਅੱਜ ਅਸੀਂ ਖਾਸ ਡਾਕਟਰ ਇੰਦਰਪ੍ਰੀਤ ਕੌਰ ਜੀ ਨੂੰ ਆਪਣੇ ਸਟੂਡੀਓ ਵਿੱਚ ਬੁਲਾਇਆ ਹਨ, ਜੋ ਕਿ ਇੱਕ ਆਯੁਰਵੇਦ ਦੇ ਮਾਹਿਰ ਹਨ, ਜਿਹਨੂੰ ਅਸੀਂ ਜੇ ਹਿੰਦੀ 'ਚ ਕਹਿਣਾ ਹੋਵੇ ਕਿ ਉਹ ਆਯੁਰਵੇਦ ਆਚਾਰਿਆ ਹਨ, ਅਤੇ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਹਨ ਕਿ ਕਿਸ ਤਰ੍ਹਾਂ ਅਸੀਂ ਆਪਣੀ ਡਾਈਟ ਨੂੰ ਕੰਟਰੋਲ ਕਰਕੇ ਅਤੇ ਆਪਣੇ ਲਾਈਫ ਸਟਾਈਲ ਨੂੰ ਉੱਤਮ ਬਣਾ ਕੇ ਆਪਣੇ ਜੀਵਨ ਨੂੰ ਰੋਗਾਂ ਤੋਂ ਮੁਕਤ ਕਰ ਸਕਦੇ ਹਾਂ। ਡਾਕਟਰ ਇੰਦਰਪ੍ਰੀਤ ਜੀ ਨੇ BAMS ਦੀ ਡਿਗਰੀ ਸਟੇਟ ਆਯੁਰਵੈਦਿਕ ਕਾਲਜ ਲਖਨਊ ਤੋਂ ਪ੍ਰਾਪਤ ਕੀਤੀ ਅਤੇ ਆਪਣੀ ਫੀਲਡ ਵਿੱਚ ਮੁਹਾਰਤ ਹਾਸਲ ਕਰਨ ਅਤੇ ਇਹਨਾਂ ਨੂੰ ਸੰਨ 2002 ਵਿੱਚ ਆਯੁਰਵੇਦਾ ਵਿਸ਼ਾਰਦ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਡਾਕਟਰ ਇੰਦਰਪ੍ਰੀਤ ਕੌਰ ਜੀ ਨੇ ਸੰਨ 2003 ਵਿੱਚ ਸਟੇਟ ਆਯੁਰਵੈਦਿਕ ਕਾਲਜ ਲਖਨਊ ਵਿਖੇ ਅਤੇ ਸੰਨ 2006 ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਆਯੁਰਵੈਦਿਕ ਮੈਡੀਕਲ ਕਾਲਜ ਲੁਧਿਆਣਾ ਵਿਖੇ ਆਯੁਰਵੈਦਿਕ ਮੈਡੀਕਲ ਅਫਸਰ ਵਜੋਂ ਕੰਮ ਕੀਤਾ। ਮੌਜੂਦਾ ਸਮੇਂ ਵਿੱਚ ਇਹ ਆਪਣੀ ਪ੍ਰੈਕਟਿਸ ਸੰਪੂਰਨ ਕਾਇਆ ਕਲਪ BRS ਨਗਰ ਲੁਧਿਆਣਾ ਵਿਖੇ ਡਾਈਟ ਅਤੇ ਲਾਈਫ ਸਟਾਈਲ ਕਾਉਂਸਲਰ ਵਜੋਂ ਕਰ ਰਹੇ ਹਨ। She is also a consultant and a trainer to Ayurvedic and pharma houses for field staff training, setting up wellness clinics and conducting seminars. She is an executive member at the Sampuran Health Foundation, that is an NGO dedicated to imparting preventive health in schools and institutions level. She is also the member of Bethany Social Service Society Punjab Zone, which works for education and vocational training for the children of a weaker section of society. So ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਇੱਥੇ ਸਾਡੇ ਇਸ ਸਟੂਡੀਓ ਵਿੱਚ ਪਹੁੰਚਣ 'ਤੇ। ਅਸੀਂ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ। ਸੋ ਜਿੱਦਾਂ ਕਿ ਇੱਕ ਬੜਾ ਨਵਾਂ ਕੰਸੈਪਟ ਹੈ, ਮੈਂ ਤਾਂ ਕਹਾਂਗਾ ਪੰਜਾਬ ਲਈ ਤਾਂ ਖਾਸ ਕਰਕੇ, ਕਿ ਆਯੁਰਵੇਦ, ਠੀਕ। ਸੋ ਕਾਫੀ ਸਾਰਾ ਇਹ 'ਚ ਪ੍ਰਚਾਰ ਤਾਂ ਜ਼ਰੂਰ ਹੁੰਦਾ, ਪਰ ਫਿਰ ਵੀ ਕਿਤੇ ਨਾ ਕਿਤੇ ਲੋਕਾਂ ਤੱਕ ਇਹ ਕੰਸੈਪਟ ਹਜੇ ਓਨਾ ਜਿਹੜਾ ਹੈ ਪਾਪੂਲਰ ਨਹੀਂ ਹੋਇਆ। ਸੋ ਮੈਂ ਤੁਹਾਡੇ ਤੋਂ ਪਹਿਲਾ ਕੁਐਸਚਨ ਇਹ ਪੁੱਛਣਾ ਚਾਹੁੰਦਾ ਕਿ ਤੁਹਾਡਾ ਕਿਸ ਤਰ੍ਹਾਂ ਇਹ ਧਿਆਨ ਇੱਧਰ ਗਿਆ, ਕਿਸ ਤਰ੍ਹਾਂ ਤੁਸੀਂ ਸੋਚਿਆ ਕਿ ਆਯੁਰਵੇਦ ਦਾ ਜਿਹੜਾ ਹੈਗਾ ਮੈਨੂੰ ਕਰਨਾ ਚਾਹੀਦਾ, ਉਹਦੇ ਵੱਲ ਤੁਹਾਡਾ ਧਿਆਨ ਜਿਹੜਾ ਉਹ ਕਿਸ ਤਰ੍ਹਾਂ ਬਣਿਆ? ਹਾਂਜੀ, ਇਹਦੇ ਲਈ ਬੜੀ ਇੰਟਰਸਟਿੰਗ ਸਟੋਰੀ ਹੈ। ਬਿਕੋਜ਼ ਜਦੋਂ ਮੇਰਾ ਐਡਮਿਸ਼ਨ ਹੋਇਆ ਕਾਲਜ 'ਚ, ਔਰ ਜਦੋਂ ਅਸੀਂ ਸ਼ੁਰੂ ਕੀਤਾ ਇਸ ਆਯੁਰਵੈਦਿਕ ਟੈਕਸਟ ਨੂੰ ਪੜ੍ਹਨਾ, ਅਤੇ ਇਨੀਸ਼ੀਅਲੀ ਇਟ ਵਾਜ਼ ਲਾਈਕ ਕਿ ਮੈਂ ਕਿਉਂਕਿ ਐਵਰੀਥਿੰਗ ਵਾਜ਼ ਇਨ ਸੰਸਕ੍ਰਿਤ ਐਂਡ ਹਿੰਦੀ, ਬਿਕੋਜ਼ ਵੀ ਵਰ ਇਨਟੂ ਦ ਅਥੈਂਟਿਕ ਟੈਕਸਟ ਆਫ ਚਰਕ ਐਂਡ ਸੁਸ਼ਰੁਤ ਐਟ ਦੈਟ ਟਾਈਮ, ਵੀ ਵਰ ਇੰਟਰੋਡਿਊਸਡ ਫॉर द फर्स्ट टाइम। ਅਤੇ ਬਟ ਹੌਲੀ ਹੌਲੀ ਜਦੋਂ ਅਸੀਂ ਉਸ ਨੂੰ ਪੜ੍ਹਦੇ ਚਲੇ ਗਏ ਅਤੇ ਮੇਰਾ ਇੱਕ ਬਹੁਤ ਵੱਡਾ ਇੰਟਰਸਟ ਡਿਵੈਲਪ ਹੋਇਆ, ਕਿਉਂਕਿ ਉਹਦੇ ਵਿੱਚ ਇੱਕ ਸਾਇੰਸ ਆਫ ਪ੍ਰੀਵੈਂਸ਼ਨ ਜਿਹਨੂੰ ਕਿਹਾ ਜਾਂਦਾ ਹੈ, ਦੇਰ ਵਾਜ਼ ਅ ਸਵਸਥ ਵਰਤ ਦਾ ਇੱਕ ਚੈਪਟਰ ਹੁੰਦਾ ਸੀ, ਜਿਹਦੇ ਵਿੱਚ ਬਹੁਤ ਡਿਟੇਲ ਦੇ ਵਿੱਚ ਪ੍ਰੀਵੈਂਟਿਵ ਹੈਲਥ ਉੱਤੇ ਦੱਸਿਆ ਗਿਆ ਸੀਗਾ। ਦੈਟ ਵਾਜ਼ ਮਾਈ ਥਿਓਰਟੀਕਲ ਪਾਰਟ। ਬਟ ਵੈਨ ਆਫਟਰ ਪਾਸਿੰਗ ਮੈਂ ਗ੍ਰੈਜੂਏਸ਼ਨ, ਜਦੋਂ ਮੈਂ ਹਾਊਸ ਜੌਬ 'ਚ ਆਈ
ਮੈਂ ਜਦੋਂ ਰੈਜ਼ੀਡੈਂਸ਼ੀਅਲ ਮੈਡੀਕਲ ਆਫਿਸਰ ਬਣੀ ਆਪਣੇ ਕਾਲਜ 'ਚ, ਤੇ ਉਦੋਂ ਮੈਨੂੰ ਪ੍ਰੈਕਟੀਕਲੀ ਇਸ ਚੀਜ਼ ਦਾ ਐਸਪੈਕਟ ਦੇਖਣ ਨੂੰ ਮਿਲਿਆ, ਕਿਉਂਕਿ ਬਹੁਤ ਸਾਰੇ ਪੇਸ਼ੈਂਟਸ ਦੇ ਉੱਤੇ ਜਦੋਂ ਸਾਡੇ ਕੋਲ ਕ੍ਰੋਨਿਕ ਡਿਸੀਜ਼ਸ ਦੇ ਪੇਸ਼ੈਂਟਸ ਆਉਂਦੇ ਸੀ, ਸਪੈਸ਼ਲੀ ਫॉर ਲਿਵਰ ਡਿਸਆਰਡਰਸ ਜਾਂ ਬਹੁਤ ਸਾਰੀ ਸਕਿਨ ਐਲਰਜੀਜ਼ ਦੇ ਪੇਸ਼ੈਂਟ ਸਾਡੇ ਕੋਲ ਹੁੰਦੇ ਸੀਗੇ, ਐਂਡ ਈਵਨ ਦ ਰੂਮੇਟੋਇਡ ਆਰਥਰਾਈਟਿਸ ਦੇ ਪੇਸ਼ੈਂਟਸ ਬਹੁਤ ਸਾਰੇ ਸੀ। ਉਹਨਾਂ ਦੇ ਵਿੱਚੋਂ ਜਦੋਂ ਮੈਡੀਸਿਨ ਔਰ ਪੰਚਕਰਮਾ ਦੇ ਨਾਲ ਇਸ ਚੀਜ਼ ਦਾ ਇੰਟਰੋਡਕਸ਼ਨ ਹੁੰਦਾ ਸੀ ਕਿ ਉਹਨਾਂ ਦੀ ਡਾਈਟ ਪਲਾਨਿੰਗ ਹੁੰਦੀ ਸੀ ਐਜ਼ ਪਰ ਆਯੁਰਵੈਦਿਕ ਕਨਸਟੀਟਿਊਸ਼ਨਲ ਡਾਈਟ, ਜਿਹਦੇ ਬਾਰੇ ਮੈਂ ਤੁਹਾਨੂੰ ਡਿਟੇਲ 'ਚ ਦੱਸਾਂਗੀ। ਤੇ ਰਿਜ਼ਲਟਸ ਜਿਹੜੇ ਸੀਗੇ ਉਹ ਬਹੁਤ ਹੀ ਹੈਰਾਨੀਜਨਕ ਸੀਗੇ। ਰਿਵਰਜਨਸ ਦੇਖੇ ਮੈਂ ਬਹੁਤ ਵੱਡੀ ਕ੍ਰੋਨਿਕ ਡਿਸਆਰਡਰਸ ਦੇ within a short period of time, and that was a turning point in my life कि definitely this is a very interesting field and I should work further। और ਉਸ ਤੋਂ ਬਾਅਦ ਫਿਰ ਮੈਂ ਮੈਰਿਜ ਹੋਣ ਤੋਂ ਬਾਅਦ ਜਦੋਂ ਲੁਧਿਆਣਾ ਆਈ ਤੇ ਇੱਥੇ ਵੀ ਜਦੋਂ ਮੈਂ ਸ਼ਹੀਦ ਕਰਤਾਰ ਸਿੰਘ ਸਰਾਭਾ ਆਯੁਰਵੈਦਿਕ ਮੈਡੀਕਲ ਕਾਲਜ 'ਚ ਜਦੋਂ ਮੈਂ ਜੌਬ ਕੀਤੀ ਤੇ ਉੱਥੇ ਵੀ ਇਸ ਚੀਜ਼ ਨੂੰ ਮੈਂ ਫਰਦਰ ਪ੍ਰੈਕਟਿਸ ਕੀਤਾ ਤੇ ਹੁਣ ਆਈ ਐਮ ਕੰਪਲੀਟਲੀ ਇਨਟੂ ਦਿਸ ਪ੍ਰੈਕਟਿਸ। ਤੇ ਘਰ ਵਿੱਚ ਵੀ ਕੋਈ ਪਹਿਲਾਂ ਇਸ ਤਰ੍ਹਾਂ ਹੈਗਾ ਸੀ ਆਯੁਰਵੈਦਿਕ ਦੇ ਨਾਲ ਜੁੜਿਆ ਹੋਇਆ ਜਾਂ ਕੋਈ ਇਸ ਤਰ੍ਹਾਂ ਦੀ ਪ੍ਰੇਰਣਾ ਦੇਣ ਵਾਲਾ ਸੀ? ਹਾਂਜੀ ਇਹਦੇ ਲਈ ਮੇਰੇ ਪ੍ਰੇਰਣਾ ਸਰੋਤ ਮੇਰੇ ਦਾਦਾ ਜੀ ਰਹੇ ਨੇ। ਅੱਛਾ, ਯੈਸ, ਮੈਨੂੰ ਇਸ ਫੀਲਡ ਵੱਲ ਤੋਰਨ ਵਾਲੇ, ਬਿਕੋਜ਼ ਹੀ ਵਾਜ਼ ਅ ਵੈਰੀ ਸਟ੍ਰਿਕਟ person, very disciplined person। I have first person I have seen in my life ਜਿਹੜੇ ਕਿ ਆਪਣੀ ਦਿਨਚਰਿਆ ਨੂੰ ਲੈ ਕੇ ਬੜੇ ਪਰਟੀਕੂਲਰ ਸੀ ਔਰ ਬਹੁਤ ਸਾਰੇ ਪ੍ਰਿੰਸੀਪਲਸ, ਔਰ ਉਹਨਾਂ ਦੇ ਇੱਕ ਬਹੁਤ ਹੀ ਕਲੋਜ਼ ਫਰੈਂਡ ਸੀ ਜਿਹੜੇ ਕਿ ਆਯੁਰਵੈਦਿਕ ਕਾਲਜ ਦੇ ਬਹੁਤ ਸੀਨੀਅਰ ਪ੍ਰੋਫੈਸਰ ਵੀ ਸੀਗੇ। ਸੇ ਤਾਂ ਉਹਨਾਂ ਦਾ ਇੱਕ ਬਹੁਤ ਵੱਡਾ ਰੋਲ ਰਿਹਾ, ਬਿਕੋਜ਼ ਜਦੋਂ ਮੇਰਾ ਇਹਦੇ ਵਿੱਚ ਆਇਆ ਸਿਲੈਕਸ਼ਨ ਹੋਇਆ ਤਾਂ ਹੀ ਵਾਜ਼ ਦ ਫਰਸਟ ਪਰਸਨ ਕਿ ਯੂ ਹੈਵ ਟੂ ਡੂ ਦਿਸ, ਔਰ ਇਹਦੇ ਵਿੱਚ ਬਹੁਤ ਸਕੋਪ ਹੈ। ਤੇ ਮੇਰੇ ਦਾਦਾ ਜੀ ਮੇਰੀ ਪ੍ਰੇਰਣਾ ਰਹੇ ਨੇ ਇਹਦੇ ਵਿੱਚ। ਬਹੁਤ ਅੱਛਾ, ਬਹੁਤ ਵਧੀਆ। ਓਕੇ ਜੀ, ਬਹੁਤ ਅੱਛਾ। ਸੋ ਇਹ ਸੀ ਮੁੱਢਲੀ ਜਾਣਕਾਰੀ ਜਿਨ੍ਹਾਂ ਨੂੰ ਅਸੀਂ ਸੁਣਨਾ ਚਾਹੁੰਦੇ ਹਾਂ, ਜਿਨ੍ਹਾਂ ਕੋਲ ਅਸੀਂ ਬਹੁਤ ਕੁਝ ਸਿੱਖਣਾ ਚਾਹੁੰਦੇ ਹਾਂ, ਸਾਨੂੰ ਪਤਾ ਹੋਵੇ ਕਿ ਉਹਨਾਂ ਦੀ ਬੈਕਗਰਾਊਂਡ ਕੀ ਹੈ, ਕਿਸ ਤਰ੍ਹਾਂ ਉਹਨਾਂ ਨੇ ਆਪਣੀ ਪੜ੍ਹਾਈ ਮੁਕੰਮਲ ਕੀਤੀ ਤੇ ਕਿਸ ਚੀਜ਼ 'ਚੋਂ ਐਕਸਪਰਟ ਨੇ। ਸੋ ਮੈਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕਾਫੀ ਇੱਕ ਬੇਸਿਕ ਜਿਹੜਾ ਹੈਗਾ ਕਨਸੈਪਟ ਤੁਹਾਡੇ ਨਾਲ ਜ਼ਰੂਰ ਕਲੀਅਰ ਕਰਨਾ ਚਾਹੁੰਦਾ ਤਾਂ ਕਿ ਉਸ ਜਗ੍ਹਾ ਤੋਂ ਸਾਡੀ ਸਾਂਝ ਬਣ ਜਾਵੇ ਕਿ ਆਪਾਂ ਗੱਲ ਕਰਦੇ ਹਾਂ ਹੈਲਥ ਦੀ। ਸੋ ਆਪਾਂ ਜੇ ਦੂਜੇ ਕਿਸੇ ਵੀ ਸਾਇੰਸ ਵੱਲ ਦੇਖੀਏ ਤਾਂ ਹੈਲਥ ਦਾ ਕਨਸੈਪਟ ਸ਼ਾਇਦ ਡਿਫਰ ਕਰੇ, ਪਰ ਮੈਂ ਜਾਣਨਾ ਚਾਹਾਂਗਾ ਕਿ ਜਿਹਦੇ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ, ਆਯੁਰਵੇਦ ਹੈਲਥ ਨੂੰ ਲੈ ਕੇ ਕੀ ਸਮਝਦਾ ਹੈ, ਕੀ ਕਨਸੈਪਟ ਕੀ ਹੈ ਹੈਲਥ ਨੂੰ ਲੈ ਕੇ ਆਯੁਰਵੇਦ ਵਿੱਚ? ਬਹੁਤ ਹੀ ਪਿਆਰੇ ਸ਼ਲੋਕ ਨਾਲ, ਬਿਕੋਜ਼ ਮੈਂ ਦੱਸਿਆ ਕਿ ਸਾਡੇ ਰਿਸ਼ੀਆਂ ਨੇ ਬਹੁਤ ਹੀ ਸੂਤਰ ਫਾਰਮ 'ਚ, ਫਾਰਮੂਲਾ ਦੇ ਫਾਰਮ ਦੇ ਵਿੱਚ ਹਰ ਚੀਜ਼ ਨੂੰ ਡਿਸਕ੍ਰਾਈਬ ਕੀਤਾ ਹੈ, ਜਿਹਨੂੰ ਅਸੀਂ ਜਿੰਨਾ ਮਰਜ਼ੀ ਇਲੈਬੋਰੇਟ ਕਰ ਲਈਏ। ਅਤੇ ਉਹਨਾਂ ਨੇ ਜਿਹੜੀ ਹੈਲਥ ਦੀ ਡੈਫੀਨੇਸ਼ਨ ਦਿੱਤੀ ਹੈ, ਆਈ ਵਿਲ ਸ਼ੇਅਰ ਦਾ ਡੈਫੀਨੇਸ਼ਨ ਵਿਦ ਯੂ, ਐਂਡ ਆਫਟਰ ਦੈਟ ਤੁਸੀਂ WHO ਡੈਫੀਨੇਸ਼ਨ ਨਾਲ ਉਹਨੂੰ ਕੰਪੇਅਰ ਕਰ ਸਕਦੇ ਹੈਗੇ ਹੋ। ਸੋ ਆਯੁਰਵੇਦ ਹੈਲਥ ਦੀ ਡੈਫੀਨੇਸ਼ਨ ਲਈ ਕਹਿੰਦਾ ਹੈ, ਦੇयर इज़ अ श्लोक फॉर इट, समदोषः समग्निश्च समधातु मलहक्रिया प्रश्न आत्म इंद्रिय मनः स्वस्थ इति विधीयते। अगर मैनू बहुत ही सरल भाषा च इलैबोरेट करा कि वो गल करता है समदोषः। ਹੁਣ ਦੋਸ਼ ਇੱਥੇ ਇੱਕ ਵਰਡ ਆਉਂਦਾ ਹੈਗਾ ਜਿਹਨੂੰ ਕਿ ਤੁਸੀਂ ਸੁਣਿਆ ਹੋਣਾ, ਜਦੋਂ ਵੀ ਕੋਈ ਆਯੁਰਵੇਦ ਦੀ ਗੱਲ ਹੁੰਦੀ ਹੈ ਤੇ ਵਾਤ, ਪਿੱਤ, ਕਫ ਇਸ ਤਰ੍ਹਾਂ ਦੀ ਟਰਮੀਨੋਲੋਜੀ ਆਉਂਦੀ ਹੈ। ਸੋ ਇਹ ਸਾਡੀ ਬੇਸਿਕਲੀ ਦੀਜ਼ ਆਰ ਰਿਲੇਟਡ ਵਿਦ ਦ 5 ਐਲੀਮੈਂਟਸ। ਜਿਵੇਂ ਆਪਾਂ ਕਹਿੰਦੇ ਕਿ ਸਾਡਾ ਸਰੀਰ ਪੰਜ ਭੌਤਿਕ ਹੈ ਨਾ, ਦੇ ਆਰ ਮੇਡ ਆਫ 5 ਐਲੀਮੈਂਟਸ, ਆਕਾਸ਼, ਵਾਯੂ, ਤੇਜ, ਜਲ, ਪ੍ਰਿਥਵੀ, ਦ ਸਪੇਸ ਐਲੀਮੈਂਟ, ਦ ਏਅਰ ਐਲੀਮੈਂਟ, ਦ ਵਾਟਰ, ਦ ਫਾਇਰ ਐਂਡ ਦ ਅਰਥ। ਉਹਨਾਂ ਦੇ ਬੇਸ 'ਤੇ ਹੀ ਵਾਤ, ਪਿੱਤ, ਕਫ ਨੂੰ ਵੀ ਡਿਫਾਈਨ ਕੀਤਾ ਗਿਆ ਹੈ। ਇਹਨਾਂ ਦਾ ਜਦੋਂ ਬੈਲੈਂਸ ਹੁੰਦਾ ਹੈ ਔਨ ਫਿਜ਼ੀਕਲ ਲੈਵਲ, ਵੀ ਕਾਲ ਇਟ ਅ ਹੈਲਥ। ਜਦੋਂ ਇਹਨਾਂ ਦਾ ਇੰਬੈਲੈਂਸ ਹੁੰਦਾ ਹੈ, we call it a disease। ਓਕੇ, ਮੀਨਸ ਇਹ ਸਾਰਾ ਇੱਕ ਆਰਡਰ ਵਿੱਚ ਹੋਣਾ ਚਾਹੀਦਾ। ਯੈਸ, ਇਹਦਾ ਧਿਆਨ ਰੱਖਣਾ, ਇਹਦਾ ਤਿੰਨਾਂ ਦਾ ਬੈਲੈਂਸ, ਐਂਡ ਦੈਟ ਔਨ ਅ ਫਿਜ਼ੀਕਲ ਲੈਵਲ। ਇਸੇ ਤਰ੍ਹਾਂ ਮੈਂਟਲ ਲੈਵਲ ਦੇ ਜਿਹੜੇ ਦੋਸ਼ ਨੇ ਉਹ ਨੇ ਸਤਵ, ਰਜ ਔਰ ਤਮ। ਰਜ ਐਂਡ ਤਮ। ਸੋ ਤੁਸੀਂ ਦੇਖੋ ਮਾਈਂਡ ਬੋਡੀ ਐਕਸੈਸ ਨੂੰ ਬਹੁਤ ਅੱਛੀ ਤਰ੍ਹਾਂ ਐਕਸਪਲੇਨ ਕੀਤਾ ਗਿਆ ਹੈ। ਵੈਨ ਬੋਥ ਫਿਜ਼ੀਕਲ ਹਿਊਮਰਸ ਐਂਡ ਮੈਂਟਲ ਹਿਊਮਰਸ ਆਰ ਇਨ ਬੈਲੈਂਸ, ਯੋਰ ਬੋਡੀ ਇਜ਼ ਇਨ ਅ ਡਿਜ਼ੀਜ਼ ਫ੍ਰੀ ਸਟੇਟ, ਇਟ ਇਜ਼ ਹੈਲਦੀ। ਇਹ ਇੱਕ ਕ੍ਰਾਈਟੇਰੀਆ ਹੈ, ਰਾਈਟ। ਦ ਨੈਕਸਟ ਕ੍ਰਾਈਟੇਰੀਆ ਕਮਸ ਸਮਅਗਨੀ। ਇਟਸ ਅ ਵੈਰੀ ਬਿਗ ਕੰਸੈਪਟ ਇਨ ਆਯੁਰਵੇਦਾ। ਦੇਖੋ ਇੱਥੇ ਅਸੀਂ ਗੱਲ ਕਰਦੇ ਹਾਂ ਮੇਨ ਮੈਟਾਬੋਲਿਕ ਫਾਇਰ ਦੀ। ਜਠਰਾਗਨੀ ਜਿਹੜੇ ਸਾਡੀ ਮੇਨ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ ਹੈ, ਜਿੱਥੋਂ ਸਾਡੀ ਐਨਰਜੀ ਰਿਲੀਜ਼ ਹੁੰਦੀ ਹੈ ਬੋਡੀ ਦੇ ਵਿੱਚ। ਸੋ ਉਹਦਾ ਇੱਕ ਬੈਲੈਂਸ ਸਟੇਟ ਦੇ ਵਿੱਚ ਰਹਿਣਾ ਬਹੁਤ ਇੰਪੋਰਟੈਂਟ ਹੈ, ਔਰ ਦਾ ਬੈਲੈਂਸ ਸਟੇਟ ਹੀ ਸਾਡੀ ਹੈਲਥ ਹੈ। ਦੈਨ ਕਮਸ ਧਾਤੂ, ਸਮ ਧਾਤੂ, that all the tissues of the body like the blood, the bones, the muscles, the bone marrows, everything should be in balance in a disease free state, then it is called a health.
After that comes samdhatu malah kriya. Malah kriya is all the excreta of the body, whether it is form of urine, whether it is form of stools or in the form of sweat. This should be in a balanced state, then you can call it as a health. After that they come to the point prasna atma indriya manaha. See, there is a spiritual aspect with your soul. Atma is your soul, that the spiritual aspect of your health. ਇੰਦਰੀਆ the sense organs, ਕਰਮ ਇੰਦਰੀਆਂ ਸਾਡੀ ਗਿਆਨ ਇੰਦਰੀਆਂ ਵੀ ਉਹਦੇ ਵਿੱਚ ਆ ਜਾਂਦੀਆਂ, and finally the man, the state of your mind. If everything is in balance, then you can call it a healthy state. ਤੇ ਜੇ ਮੈਂ WHO ਦੀ ਡੈਫੀਨੇਸ਼ਨ ਦੀ ਗੱਲ ਕਰਾਂ ਤੇ ਉਹ ਵੀ ਕਹਿੰਦੇ ਕਿ health is a state of complete spiritual physical, mental, social and spiritual well-being, and not merely an absence of disease or infirmity. ਬਿਲਕੁਲ ਠੀਕ। ਤੇ ਅੱਜ ਜੇਕਰ ਮੈਂ ਕਹਾਂ ਕਿ ਜਿਹੜੇ ਆ ਸਾਈਕੋਸੋਮੈਟਿਕ ਡਿਸਆਰਡਰਸ ਦੀ ਗੱਲ ਹੋ ਰਹੀ ਹੈ ਕਿ ਕੋਈ ਵੀ ਡਿਜ਼ੀਜ਼ ਹੈ ਉਹ ਬਾਡੀ ਦੇ ਲੈਵਲ ਤੇ ਆਉਣ ਤੋਂ ਪਹਿਲਾਂ ਮੈਂਟਲ ਲੈਵਲ ਤੇ ਆਉਂਦੀ ਹੈ, ਐਂਡ ਦੈਨ ਇਟ ਇਜ਼ ਐਕਸਪੈਕਟ। ਤੋਂ ਉਹਦਾ ਜਿਹੜਾ ਐਕਸਪਲੇਨੇਸ਼ਨ ਹੈ ਤੁਸੀਂ ਦੇਖੋ ਕਿੰਨੀ ਖੂਬਸੂਰਤੀ ਦੇ ਨਾਲ ਕਿੰਨੇ ਹਜ਼ਾਰਾਂ ਸਾਲਾਂ ਪਹਿਲਾਂ ਆਯੁਰਵੇਦ ਦੇ ਵਿੱਚ ਆਲਰੇਡੀ ਦਿੱਤਾ ਜਾ ਚੁੱਕਾ ਹੈ। ਐਂਡ ਸੋ ਆਯੁਰਵੇਦਾ ਆਲਵੇਜ਼ ਗੋਜ਼ ਫॉर ਦ ਰੂਟ ਲੈਵਲ, symptomatically ਨਹੀਂ ਟਰੀਟ ਕਰਦਾ, ਇਟ ਗੋਜ਼ ਟੂ ਦ ਰੂਟ ਲੈਵਲ ਆਫ ਦ ਕਾਜ਼ ਐਂਡ ਟਰੀਟ। ਕੋਈ ਵੀ ਜਿਹੜੀ ਡਿਜ਼ੀਜ਼ ਹੈ ਕੱਲੀ ਫਿਜ਼ੀਕਲ ਨਹੀਂ ਹੁੰਦੀ, ਉਹਦਾ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਇਹ ਜ਼ਰੂਰ ਇਹ ਇੱਕ ਆਰਡਰ ਵਿੱਚ ਹੈ। ਉਹਨਾਂ ਨੇ ਕਿੰਨੀਆਂ ਐਗਜ਼ਾਮਪਲ ਦਿੱਤੀਆਂ ਕਿ ਦੇਖੋ ਜਿਵੇਂ ਕਿਸੇ ਨੂੰ ਆਹ ਬਿਮਾਰੀ ਹੋਈ ਤੇ ਉਹਦਾ ਦਿਮਾਗ ਉਹਦਾ ਸੰਬੰਧ ਜਿਹੜਾ ਦਿਮਾਗ ਨਾਲ ਸਾਈਕੋਲੋਜੀਕਲੀ ਵੀ ਉਹਦਾ ਜਿਹੜਾ ਹੈਗਾ, ਜਿਹਦਾ ਕਿਸੇ ਨੂੰ ਅਟੈਕ ਆਉਂਦਾ ਜਾਂ ਕਿਸੇ ਨੂੰ ਹੋਰ ਕੋਈ ਵੀ ਪ੍ਰੋਬਲਮ ਆਉਂਦੀ ਹੈ, ਉਹ ਜ਼ਰੂਰੀ ਨਹੀਂ ਹੈ ਕਿ ਉਹਦਾ ਸੰਬੰਧ ਕੀਟਾਣੂਆਂ ਨਾਲ ਹੀ ਹੋਵੇ। ਠੀਕ ਹੈ, ਉਹ ਇੱਕ ਕੰਪਲੀਟ ਹੈਲਥ ਦਾ ਜਿਹੜਾ ਵਿਸ਼ਾ ਹੈ ਜੋ ਕਿ ਇਹ ਬਹੁਤ ਡੀਪਲੀ ਜਿਹੜਾ ਸਟੱਡੀ ਕਰ ਰਹੇ ਹਨ ਅਤੇ ਬਾਕੀਆਂ ਨੂੰ ਵੀ ਜਿਹੜਾ ਇਸ ਤੋਂ ਜਾਣੂ ਕਰਵਾ ਰਹੇ ਹਨ। ਸੋ ਅਗਲਾ ਹੈ ਕਿ ਹੈਲਥ ਦਾ ਮੈਂ ਕਨਸੈਪਟ ਬਿਲਕੁਲ ਸਮਝ ਗਿਆ ਅਤੇ ਤੁਸੀਂ ਬਹੁਤ ਅੱਛੇ ਸ਼ਬਦਾਂ 'ਚ ਇਸ ਨੂੰ ਜਿਹੜਾ ਹੈਗਾ ਅਤੇ ਵੇਦਾਂ ਦੀ ਅਤੇ ਸ਼ਲੋਕਾਂ ਦੀ ਅਤੇ ਇਸ ਨੂੰ ਕੋ ਰਿਲੇਟ ਕਰਕੇ WHO ਦੇ ਨਾਲ ਬਹੁਤ ਅੱਛੇ ਤਰੀਕੇ ਨਾਲ ਤੁਸੀਂ ਐਕਸਪਲੇਨ ਕੀਤਾ। ਅਗਲਾ ਮੇਰਾ ਕੁਐਸਚਨ ਹੈ ਕਿ ਜੇ ਹੈਲਥ ਇਹ ਹੈ ਅਤੇ ਕਿ ਜਿਹੜੇ ਡਾਈਟ ਪਲਾਨ ਹੈ ਉਹ ਵੀ ਇਹਦੇ ਕੋਈ ਅਲੱਗ ਹਨ ਕਿ ਕੋਈ ਸਪੈਸ਼ਲ ਹਨ? ਆਯੁਰਵੇਦ ਦੇ ਹਿਸਾਬ ਨਾਲ ਅਸੀਂ ਕਿਹੋ ਜਿਹੀ ਡਾਈਟ ਪਲਾਨ ਕਰੀਏ ਕਿ ਅਸੀਂ ਰੋਗ ਮੁਕਤ ਹੋਈ ਜਾਂ ਸਾਨੂੰ ਰੋਗ ਹੋਣ ਹੀ ਨਾ, ਠੀਕ ਹੈ, ਅਸੀਂ ਰੋਗਾਂ ਤੋਂ ਬਚ ਸਕੀਏ? ਫਸਟ ਆਫ ਆਲ ਇਹਦੇ ਲਈ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਇਜ਼ ਦੈਟ ਕਿ ਐਵਰੀਥਿੰਗ ਵਿਚ ਇਜ਼ ਹੈਲਦੀ ਇਜ਼ ਨਾਟ ਡਾਈਜੈਸਟਡ ਬਾਈ ਐਵਰੀਬਡੀ। ਇਹਦਾ ਕਾਰਨ ਕੀ ਹੈ? ਫਸਟ ਆਫ ਆਲ ਅਸੀਂ ਜਦੋਂ ਵੀ ਡਾਈਟ ਪਲਾਨਿੰਗ ਕਰਨੀ ਹੁੰਦੀ ਹੈ ਤੇ ਵੀ ਮੇਕ ਦ ਬੇਸਿਸ ਆਫ ਬੋਡੀ ਕਨਸਟੀਟਿਊਸ਼ਨ। ਐਜ਼ ਪਰ ਆਯੁਰਵੇਦਾ each and every body type is different. Okay. And they basis ਕੀ ਹੈ ਉਹਦਾ? they form the basis of again these doshas only ਜਿਹੜੇ ਮੈਂ ਪਹਿਲਾਂ ਤੁਹਾਡੇ ਨਾਲ ਸ਼ੇਅਰ ਕੀਤੇ, the Vata, the Pitta and the Kapha. ਕੁਝ combinations ਵੀ ਹੁੰਦੇ ਨੇ ਇਹਨਾਂ ਦੇ। ਐਂਡ ਇਹਦੇ ਲਈ ਕੀ ਹੁੰਦਾ ਹੈ ਕਿ there are so many physical characteristics and mental characteristics ਜੋ ਡਿਫਾਈਨ ਕਰਦੇ ਨੇ ਕਿ ਤੁਹਾਡਾ ਬੋਡੀ ਟਾਈਪ ਕਿਸ ਤਰ੍ਹਾਂ ਦਾ ਹੋਏਗਾ। ਐਂਡ ਐਨ ਆਯੁਰਵੈਦਿਕ ਐਕਸਪਰਟ, ਐਜ਼ ਐਨ ਆਯੁਰਵੈਦਿਕ ਐਕਸਪਰਟ ਅਸੀਂ ਫਰਸਟ ਉਹਨੂੰ ਐਨਾਲਾਈਜ਼ ਕਰਦੇ ਹਾਂ। ਵੈਨ ਅ ਪੇਸ਼ੈਂਟ ਕਮ ਟੂ ਅਸ, ਬਿਫੋਰ ਪਲੈਨਿੰਗ ਦ ਡਾਈਟ, ਬਿਫੋਰ ਗਿਵਿੰਗ ਦ ਡਾਈਟ, ਫਰਸਟ ਵੀ ਪਲਾਨ ਦ ਬੋਡੀ ਟਾਈਪ ਆਫ ਅ ਪਰਸਨ। ਓਕੇ, ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਆਪਾਂ ਕੋਈ ਜਨਰਲਾਈਜ਼ ਨਹੀਂ ਕਰ ਸਕਦੇ ਕਿ ਆਹ ਡਾਈਟ ਪਲਾਨ ਅੱਛਾ ਹੈ ਜਾਂ ਆਹ ਫਰੂਟ ਤੁਹਾਡੇ ਲਈ ਜਾਂ ਸਾਰਿਆਂ ਲਈ ਬਹੁਤ ਅੱਛਾ ਹੈ, ਹੈ ਨਾ? ਦੇਖੋ ਇਹਦਾ ਕਾਰਨ ਦੱਸਦੀ ਹਾਂ ਮੈਂ ਤੁਹਾਨੂੰ। ਦਾ ਕਾਰਨ ਕੀ ਹੈ? Some people are very comfortable drinking lot of water in the morning. Okay. ਉਹਨਾਂ ਨਾਲ ਤੁਸੀਂ ਗੱਲ ਕਰੋ 4-5 ਗਲਾਸ ਪਾਣੀ ਅਸੀਂ ਆਰਾਮ ਨਾਲ ਪੀ ਜਾਂਦੇ ਹਾਂ। ਆਮ ਕਹਿੰਦੇ ਨੇ ਕਿ ਵੱਧ ਤੋਂ ਵੱਧ ਪਾਣੀ ਪੀਓ, ਵੱਧ ਤੋਂ ਵੱਧ ਪਾਣੀ ਪੀਓ, ਰਾਈਟ, ਹੈ ਨਾ? ਔਰ ਕੁਝ ਪਰਸਨਸ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਪਾਣੀ ਪਿਲਾਤਾ ਤੋਂ ਬਾਅਦ ਉਹਨਾਂ ਨੂੰ ਘਬਰਾਹਟ ਹੋ ਜਾਂਦੀ ਹੈ, ਉਹ ਵਿਚਾਰੇ ਪੀ ਤੇ ਲੈਂਦੇ, ਕਹਿੰਦੇ ਵੀ ਆਰ ਵੈਰੀ ਅਨਕੰਫਰਟੇਬਲ ਆਫਟਰ ਡਰਿੰਕਿੰਗ ਵਾਟਰ। ਜਾਂ ਇੱਕ ਬਹੁਤ ਸਿੰਪਲ ਭਾਸ਼ਾ 'ਚ ਮੈਂ ਕਹਾਂ ਕਿ ਮਾਂ ਦੀ ਦਾਲ ਆਪਾਂ ਇੱਕ ਆਮ ਭਾਸ਼ਾ 'ਚ ਬੋਲਦੇ ਹਾਂ, ਕਿਸੇ ਨੂੰ ਸਵਾਦੀ ਤੇ ਕਿਸੇ ਨੂੰ ਬਾਦੀ, ਰਾਈਟ। ਹੁਣ ਇੱਥੇ ਅਗਰ ਤੁਸੀਂ ਇੱਕ ਕਫ ਪ੍ਰਕਿਰਤੀ ਦੇ, ਜੋ ਕਿ ਮੈਂ ਤੁਹਾਨੂੰ ਬੋਡੀ ਟਾਈਪ ਦੇ ਬਾਰੇ ਥੋੜ੍ਹਾ ਜਿਹਾ ਐਗਜ਼ਾਮਪਲ ਦਿੰਦੀ ਹਾਂ ਕਿ ਵਾਤ ਪ੍ਰਕਿਰਤੀ ਦਾ ਪਰਸਨ ਜਿਹੜਾ ਹੁੰਦਾ ਹੈ ਜਨਰਲੀ, ਔਰ ਉਹਨਾਂ ਜਿਹੜਾ ਹੁੰਦਾ ਹੈ ਕਿ ਦੇ ਹੈਵ ਵੈਰੀ ਇਰੈਟਿਕ ਈਟਿੰਗ ਹੈਬਿਟਸ, ਮਤਲਬ ਉਹਨਾਂ ਨੂੰ ਬਹੁਤ ਜਲਦੀ ਭੁੱਖ ਲੱਗੇਗੀ, ਕਦੀ ਬਿਲਕੁਲ ਭੁੱਖ ਨਹੀਂ ਲੱਗੇਗੀ, ਇਸ ਤਰ੍ਹਾਂ ਦੇ ਫੀਚਰਸ ਆਉਂਦੇ ਨੇ। ਦ ਪਿਤ ਪ੍ਰਕਿਰਤੀ ਪਰਸਨਸ ਹੈਵ ਅ ਵੈਰੀ ਸਟਰੋਂਗ ਡਾਈਜੈਸਟਿਵ ਫਾਇਰ, ਮਤਲਬ ਉਹ ਤੁਸੀਂ ਦੇਖੋ ਕਿ ਅਗਰ ਉਹਨਾਂ ਨੂੰ ਟਾਈਮ ਸਿਰ ਖਾਣਾ ਨਹੀਂ ਮਿਲਿਆ ਤੇ ਉਹਨਾਂ ਦਾ ਗੁੱਸਾ
they will tend to get angry at that time. They can't that this is a typical feature of a pitta prakriti person. Kapha prakriti person is a very satisfied sort of person. तो देखो खाना मिस भी हो जाता तो कोई फर्क नहीं पैंदा, कोई गल नहीं, खाना आज मिस हो गया, लाइक इस तरह के बहुत सारे फीचर्स ने. एंड ਅਕੋਰਡਿੰਗ ਟੂ ਦਿਸ, ਅਕੋਰਡਿੰਗ ਟੂ ਥੀਸ ਚੇਂਜਸ ਬੋਡੀ ਟਾਈਪਸ ਕੀ ਹੁੰਦਾ ਹੈਗਾ ਕਿ ਸਾਨੂੰ ਡਿਫਾਈਨ ਕਰਨਾ ਪੈਂਦਾ ਕਿ ਕਿਸ ਨੂੰ ਕਿਹੜੀ ਚੀਜ਼ ਦੇਣੀ ਹੈ, ਕਿਸ ਫਾਰਮ ਦੇ ਵਿੱਚ ਦੇਣੀ ਹੈ. ਲਾਈਕ ਅਗਰ ਮੈਂ ਰॉ ਸੈਲਡਸ ਇੱਕ ਵਾਤ ਪ੍ਰਕ੍ਰਿਤੀ ਪਰਸਨ ਨੂੰ ਦੇ ਦਾਂਗੀ ਤੇ ਉਹਨੂੰ ਤੇ ਬਹੁਤ ਜ਼ਿਆਦਾ ਨੁਕਸਾਨ ਕਰ ਜਾਏਗੀ. ਅਗਰ ਮੈਂ ਕਫ ਪ੍ਰਕ੍ਰਿਤੀ ਨੂੰ ਰॉ ਸੈਲਡ ਦੇਵਾਂਗੀ ਉਹਨੂੰ ਫਾਇਦਾ ਕਰੇਗੀ. ਬਿਲਕੁਲ. ਸੋ ਇੱਥੇ ਪ੍ਰੀਪਰੇਸ਼ਨ ਦਾ ਵੀ ਡਿਫਰੈਂਸ ਆ ਜਾਂਦਾ. ਖਾਣਾ ਉਹੀ ਹੈ ਬਟ ਹਾਊ ਵੀ ਵਿਲ ਸਰਵ ਦੈਟ ਫੂਡ ਟੂ ਅ ਪਾਰਟਿਕੂਲਰ ਪਰਸਨ ਉਹ ਵੀ ਚੇਂਜ ਹੋ ਜਾਂਦਾ ਹੈ ਪਰਸਨ ਟੂ ਪਰਸਨ. ਪਰ ਇੱਥੇ ਇੱਕ ਗੱਲ ਹੋਰ ਵੀ ਸਮਝਣ ਵਾਲੀ ਹੈ ਕਿ ਇਹ ਤੁਸੀਂ ਕਿਸ ਤਰ੍ਹਾਂ ਪਤਾ ਕਰਦੇ ਹੋ ਕਿ ਇਹ ਇਸ ਪ੍ਰਕਿਰਤੀ ਦਾ ਹੈਗਾ, ਇਹਦੇ ਲਈ ਵੀ ਕੋਈ ਡਾਇਗਨੋਸ ਹੁੰਦਾ? ਯੈਸ ਡੈਫੀਨਿਟਲੀ ਵੀ ਆਰ ਇਹਦੇ ਹੀ ਅਸੀਂ ਐਕਸਪਰਟਾਈਜ਼ ਆ ਕਿਉਂਕਿ ਇਹੀ ਅਸੀਂ ਸਿੱਖਿਆ ਹੈ ਬਿਕੋਜ਼ ਇੰਨੇ ਸਾਲਾਂ ਦੀ ਸਾਡੀ ਜਿਹੜਾ ਵਰਕ ਹੈਗਾ. ਔਰ ਦੇਰ ਇਜ਼ ਡੈਫੀਨਿਟਲੀ ਬਹੁਤ ਸਾਰੇ ਕ੍ਰਾਈਟੇਰੀਆਜ਼ ਇਨ ਦ ਮੋਮੈਂਟ ਦ ਪੇਸ਼ੈਂਟ ਵਾਕਸ ਇਨ ਦ ਓਪੀਡੀ ਅਸੀਂ ਉਹਨਾਂ ਨੂੰ ਐਨਾਲਾਈਜ਼ ਕਰਨਾ, ਸਾਡਾ ਐਨਾਲਾਈਜ਼ੇਸ਼ਨ ਸ਼ੁਰੂ ਹੋ ਜਾਂਦਾ ਹੈ. ਦੈਨ ਦੇਰ ਸੋ ਮੈਨੀ ਕੁਐਸਚਨਰਸ, ਵੀ ਹੈਵ ਅ ਕੁਐਸਚਨੇਅਰ ਜਿਹੜੇ ਕਿ ਆਪਾਂ ਪਰਸਨਲੀ ਵੀ ਪੁੱਟ ਔਨ ਕਰਦੇ ਹਾਂ. ਦੇ ਆਰ ਫਿਜ਼ੀਕਲ ਕੈਰੈਕਟਰਿਸਟਿਕਸ, ਦੇ ਆਰ ਮੈਂਟਲ ਕੈਰੈਕਟਰਿਸਟਿਕਸ ਅਕੋਰਡਿੰਗ ਟੂ ਵਿਚ ਵੀ ਡਿਟਰਮਾਈਨ ਦੇਅਰ ਬੋਡੀ ਟਾਈਪ. ਔਰ ਇਹ ਕਿਹਾ ਜਾਂਦਾ ਹੈ ਕਿ 2 ਸਾਲ ਦੀ ਉਮਰ ਤੋਂ ਤੁਸੀਂ ਆਇਡੈਂਟੀਫਾਈ ਕਰਨਾ ਸ਼ੁਰੂ ਕਰ ਸਕਦੇ ਹੋ ਪਰਸਨ ਦਾ ਬੋਡੀ ਟਾਈਪ ਐਂਡ ਇਟ ਰਿਮੇਨਸ ਸੇਮ ਟਿਲ ਦਾ ਟਾਈਮ ਆਫ ਡੈਥ. ਹਾਂ ਤੁਸੀਂ ਤਾਂ ਇਹਨਾਂ ਐਕਸਪਰਟਾਈਜ਼ ਵਿੱਚ ਕੀਤਾ, ਪਰ ਜਿਹੜੀਆਂ ਤੁਸੀਂ 2-3 ਲਾਈਨਾਂ ਬੋਲੀਆਂ ਨਾ ਕਿ ਕੁਝ ਬੰਦੇ ਇਹੋ ਜਿਹੇ ਹੁੰਦੇ ਜਿਨ੍ਹਾਂ ਨੂੰ ਖਾਣਾ ਨਾ ਮਿਲੇ ਤਾਂ ਬਹੁਤ ਜ਼ਿਆਦਾ, ਤੁਸੀਂ ਜੋ 3 ਤਰ੍ਹਾਂ ਦੇ ਇਸ ਤਰ੍ਹਾਂ ਦੱਸੇ ਫੀਚਰਸ, ਮੈਂ ਉਹ 3 ਲਾਈਨਾਂ ਤੋਂ ਹੀ ਕਿੰਨੇ ਬੰਦੇ ਦਿਮਾਗ 'ਚ ਸੋਚਦੇ ਯਾਰ ਆ ਬੰਦਾ ਇਸ ਤਰ੍ਹਾਂ, ਬੰਦਾ ਇਸ ਤਰ੍ਹਾਂ. ਮੈਂ ਤਾਂ ਉਸੇ ਟਾਈਮ ਜਿੱਦਾਂ ਐਕਸਪਰਟ ਹੋ ਗਿਆ. It is very that is why Ayurveda is constitutional. Ayurveda 'ਚ ਕੁਝ ਜਰਨਲਾਈਜ਼ਡ ਨਹੀਂ ਹੋ ਸਕਦਾ. ਤੁਹਾਨੂੰ ਇੱਕ ਐਗਜ਼ਾਮਪਲ ਦੱਸਦੀ ਹਾਂ. ਮੇਰੇ ਕੋਲ ਪਿੱਛੇ ਕੁਝ ਟਾਈਮ ਪਹਿਲਾਂ ਇੱਕ ਪੇਸ਼ੈਂਟ ਆਏ ਸੀਗੇ ਔਰ ਉਹਨਾਂ ਦਾ ਜਨਰਲੀ ਵਟ ਹੈਪਨਸ ਇਨ ਦਾ ਐਕਚੁਅਲੀ ਹੁੰਦਾ ਕੀ ਹੈ, ਲੋਕੀ ਇੱਥੇ ਗਲਤੀ ਕਰਦੇ ਨੇ. ਹੀ ਵਾਜ਼ ਐਨ ਓਲਡ ਪੇਸ਼ੈਂਟ, ਹੀ ਵਾਜ਼ 60 ਪਲੱਸ ਔਰ ਉਹਨਾਂ ਨੂੰ ਸਾਲ ਪਹਿਲਾਂ ਹੀ ਹਾਰਟ ਦਾ ਪ੍ਰੋਬਲਮ ਡਾਇਗਨੋਸ ਹੋਇਆ ਸੀਗਾ ਐਂਡ ਤੇ ਸਟੰਟ ਪਿਆ ਸੀਗਾ ਉਹਨਾਂ ਤੇ. ਤੇ ਉਸ ਤੋਂ ਬਾਅਦ ਜਿਵੇਂ ਇੱਕ ਪਰਸਨ ਨੂੰ ਹੁੰਦਾ ਹੈ ਕਿ ਹਾਂ ਹੁਣ ਮੈਨੂੰ ਆਪਣਾ ਲਾਈਫ ਸਟਾਈਲ ਚੇਂਜ ਕਰਨਾ ਹੈ. What he did was कि he immediately stopped all the fats in his diet. सारे उन्हें फैट्स बंद कर दिया. सेकेंडली ही स्टार्टेड वेरी विगरस एक्सरसाइजेस, बहुत सारी वॉक करनी, लंबी वॉक्स करनियाँ और एक्सरसाइजेस करनियाँ बिकॉज आई हैव टू रिमेन एक्टिव, है ना, कि मेरे दोबारा डिपॉजिट ना हो. एंड थर्डली ही स्टार्टेड मिलेट्स. देखो आजकल बहुत फैशन है मिलेट्स ने, इट इज़ कॉल्ड एज ए हेल्दी डाइट कि मिलेट्स खाने चाहिए ने. तो उन्हें मैंने दसिया, पर्सनली दसिया कि आई वॉज ऑन ए मिलेट डाइट. ਓਕੇ. ਹੁਣ ਕੀ ਹੋਇਆ ਸੀ ਜਦੋਂ ਮੇਰੇ ਕੋਲ ਆਏ ਤੇ ਉਹਨਾਂ ਦਾ ਨਾ ਹੱਥ ਐ ਸ਼ਿਵਰ ਕਰਦਾ ਸੀਗਾ. ਹੀ ਸਟਾਰਟਡ ਵਿਦ ਅਨਦਰ ਪ੍ਰੋਬਲਮ ਕਿ ਟ੍ਰੈਂਬਲਿੰਗ ਸਟਾਰਟ ਹੋ ਗਈ ਉਹਨਾਂ ਦੇ ਹੱਥ ਦੇ ਵਿੱਚ ਐਂਡ ਹੀ ਹੈਡ ਅ ਵੈਰੀ ਸੀਵੀਅਰ ਮੈਮਰੀ ਲਾਸ. ਉਹਨੂੰ ਮੈਮਰੀ ਲਾਸ ਹੋਣ ਲੱਗ ਗਿਆ ਸੀਗਾ. ਨਾਓ देखा जाए तो वो सारे वो अच्छे काम कहते हैं, डॉक्टर साहब मैंने तो सारे अच्छे काम किए हैं, मतलब मेरे को अगर मैं इतनी एक्सरसाइज इतनी तो वॉक करता हूँ, मैं फ़ैट के नाम पे बिल्कुल सेपरेट दूध लेता हूँ, मैं किसी प्रकार की और फैट नहीं खा रहा हूँ, मिलेट्स खाता हूँ सुबह दोपहर शाम. नाउ व्हाट हैड हैपेंड इन हिज बॉडी उन्होंने पता ही नहीं लग गया. 60+ गेट टू आर द वात प्रोन बॉडी ਕਿਉਂਕਿ ਉਸ ਵੇਲੇ ਸਾਡੇ ਡੀਜਨਰੇਟਿਵ ਡਿਸਆਰਡਰ ਸਟਾਰਟ ਹੋ ਜਾਂਦੇ ਨੇ. ਇੱਥੇ ਵੀ ਹੁੰਦਾ ਕਿ ਸਾਡਾ ਜਿਹੜਾ ਬਚਪਨ ਹੈਗਾ ਉਹ ਕਫ ਦਾ ਕਾਲ ਹੁੰਦਾ ਹੈ, ਸਾਡਾ ਜਿਹੜਾ ਜਵਾਨੀ ਹੈਗੀ ਹੈ ਮਿਡਲ ਏਜ ਹੈਗਾ ਉਹ ਪਿੱਤ ਦਾ ਕਾਲ ਹੁੰਦਾ ਹੈ, ਸਾਡੀ ਜਿਹੜੀ ਓਲਡ ਏਜ ਹੈ ਉਹਦੇ ਵਿੱਚ ਵਾਤ ਦਾ ਪ੍ਰਡੋਮੀਨੈਂਸ ਆ ਜਾਂਦਾ ਹੈ ਬੋਡੀ ਦੇ ਵਿੱਚ. ਤਾਂ ਹੀ ਸਾਨੂੰ ਤੁਸੀਂ ਦੇਖੋ ਜੁਆਇੰਟ ਪੇਨਸ ਹੋ ਗਈਆਂ ਜਾਂ ਡੀਜਨਰੇਸ਼ਨਸ ਜਿਹੜੀ ਹੋ ਗਈਆਂ ਸਟਾਰਟ ਹੋ ਜਾਂਦੀਆਂ ਨੇ. ਹੁਣ ਉਸ ਸਟੇਜ ਦੇ ਵਿੱਚ ਵਟ ਹੀ ਹੈਡ ਡਿਡ, ਉਹਨੂੰ ਉੱਥੇ ਕੀ ਹੈ ਕਿ ਵਾਤ ਕਿਵੇਂ ਸ਼ਾਂਤ, ਵਾਤ ਦੇ ਜੇ ਆਪਣੇ ਨੈਚੁਰਲ ਜਿਹੜੀ ਕੁਆਲਿਟੀਜ਼ ਨੇ ਕਿ ਉਹ ਡਰਾਈ ਹੁੰਦੀ ਹੈ ਤੇ ਫਿਰ ਉਹਨੂੰ ਆਪਾਂ ਕਿਵੇਂ ਸ਼ਾਂਤ ਕਰਦੇ ਹਾਂ, ਅਸੀਂ ਉਹਨੂੰ ਆਇਲੀ ਚੀਜ਼ ਨਾਲ, ਸਨਿਗਧ ਚੀਜ਼ ਨਾਲ ਉਹਨੂੰ ਸ਼ਾਂਤ ਕਰਦੇ ਹਾਂ. ਦੈਟ ਵੀ ਗਿਵ ਗੁੱਡ ਫੈਟਸ. ਘਿਓ, ਪਿਓਰ ਕਾਊ ਦਾ ਘੀ ਵਾਤ ਪਰਸਨ ਲਈ ਬਹੁਤ ਇੰਪੋਰਟੈਂਟ ਹੈ. ਅੰਡਰਸਟੂਡ. ਸੇ ਇਹ ਚੀਜ਼ਾਂ ਹੁੰਦੀਆਂ ਨੇ. ਇਸ ਦੇ ਨਾਲ ਕੀ ਹੈ ਕਿ ਉਸ ਟਾਈਮ ਦੇ ਵਿੱਚ ਕਿਉਂਕਿ ਆਪਾਂ ਦੇਖੋ ਗੁੱਡ ਫੈਟਸ ਕਿਉਂ ਲੈਂਦੇ ਹਾਂ ਆਪਾਂ, ਕਿਉਂਕਿ ਮੈਂਬਰੇਨਸ ਨੂੰ ਚਾਹੀਦਾ ਹੁੰਦਾ ਉਸ ਵੇਲੇ, ਬ੍ਰੇਨ ਦੀ ਮੈਂਬਰੇਨਸ ਨੂੰ. ਹੀ ਵਾਜ਼ ਗੋਇੰਗ ਥਰੂ ਮੈਮਰੀ ਲਾਸ. ਹੁਣ ਉਹਨਾਂ ਨੇ ਕੀ ਕੀਤਾ ਕਿ ਵਾਤ ਉਹ ਪ੍ਰੋਨ ਬੋਡੀ ਸੀਗੀ ਔਰ ਵਾਤ ਵਾਲੇ ਹੀ ਉਹਨਾਂ ਨੇ ਐਕਟੀਵਿਟੀ ਸਟਾਰਟ ਕਰ ਦੀਆਂ. ਬਾਈ ਐਕਸੈਸਿਵ ਵਾਕਿੰਗ ਐਂਡ ਐਕਸਰਸਾਈਜ਼ਿੰਗ ਹੀ ਵਾਜ਼ ਇੰਕਰੀਜ਼ਿੰਗ ਦੈਟ 에ਅਰ ਐਲੀਮੈਂਟ ਇਨ ਹਿਸ ਬੋਡੀ ਮੋਰ. ਐਂਡ ਉਸ ਤੋਂ ਡਾਈਟ ਵਿੱਚ ਉਹ ਮਿਲਟਸ ਖਾ ਰਹੇ ਸੀ. ਮਿਲਟਸ ਬਾਈ ਨੇਚਰ ਰੂਕਸ਼ ਹੁੰਦੇ ਨੇ, ਡਰਾਈ ਹੁੰਦੇ ਨੇ. ਤੇ ਵੀ ਪ੍ਰੈਫਰ ਗਿਵਿੰਗ ਮਿਲਟਸ ਇਨ ਦ ਫਾਰਮ ਆਫ ਖਿਚੜੀਜ਼ ਜਾਂ ਸੂਪਸ ਦੇ ਫਾਰਮ ਵਿੱਚ ਘਿਓ ਪਾ ਕੇ ਖਾਇਆ ਜਾਵੇ.
ਹੈ ਨਾ। ਤੇ ਉਹ ਇਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਲੈ ਰਹੇ ਸੀਗੇ, ਤੇ ਹੁਣ ਉਹਨਾਂ ਦੀ ਬਾਡੀ ਦੇ ਵਿੱਚ ਐਕਚੁਅਲੀ ਵਿੱਚ ਵਾਤ ਦਾ ਬਹੁਤ ਜ਼ਿਆਦਾ ਪ੍ਰੋਡੋਮੀਨੈਂਸ ਹੋ ਗਿਆ, ਜਿਹਦੇ ਕਰਕੇ ਉਹਨਾਂ ਦੀ ਐਕਸੈਸ ਆਫ ਚਲ ਗੁਣ ਆਫ ਵਾਤ। ਚਲ ਗੁਣ ਮਤਲਬ ਵਾਤ ਦੇ ਵਿੱਚ ਇੱਕ ਚਲ ਗੁਣ ਹੁੰਦਾ ਹੈ ਜਿਹਦੇ ਨਾਲ ਮੂਵਮੈਂਟਸ ਹੁੰਦੀਆਂ। ਨਾਓ ਵਿਦ ਦ ਐਕਸੈਸਿਵ ਮੂਵਮੈਂਟ ਹੀ ਸਟਾਰਟਡ ਟ੍ਰੈਂਬਲਿੰਗ। ਤੇ ਉੱਥੇ ਫਿਰ ਮੈਂ ਡਾਈਟ ਨਾਲ ਹੀ ਵਰਕ ਕੀਤਾ। ਵਿਦਨ 1 ਮੰਥ ਆਈ ਚੇਂਜ ਦ ਪੈਟਰਨ ਆਫ ਹਿਸ ਡਾਈਟ। ਉਹਨਾਂ ਦੀ ਐਕਸਰਸਾਈਜ਼ ਨੂੰ ਮੈਂ ਵਾਪਸ ਘਟਾ ਕੇ ਉਹਨਾਂ ਨੂੰ ਪ੍ਰਾਣਾਯਾਮ ਤੇ ਲੈ ਕੇ ਆਈ। ਉਹਨਾਂ ਨੂੰ ਡਾਈਟ ਦੇ ਵਿੱਚ ਮਿਲਟਸ ਕਿਵੇਂ ਖਾਣੇ ਆ ਉਹਦਾ ਇੱਕ ਟਾਈਮਿੰਗਸ ਉਹਨਾਂ ਨੂੰ ਮੈਂ ਦੱਸੇ ਕਿ ਇਸ ਟਾਈਮ ਦੇ ਵਿੱਚ ਇਸ ਤਰੀਕੇ ਨਾਲ ਖਾਣੇ ਨੇ। ਗੁੱਡ ਫੈਟਸ ਉਹਨਾਂ ਦੇ ਡਾਈਟਸ ਵਿੱਚ ਇਨਕਲਕੇਟ ਕੀਤੀਆਂ ਤੇ ਉਹਦੇ ਨਾਲ ਕੀ ਹੋਇਆ ਕਿ ਮਹੀਨੇ ਦੇ ਅੰਦਰ ਉਹਨਾਂ ਦੇ ਇਹ ਸਿੰਪਟਮਸ ਰਿਵਰਸ ਹੋ ਗਏ। ਤੇ ਇੱਥੇ ਇੰਪੋਰਟੈਂਟ ਹੈ ਕਿ ਮੈਂ ਤੁਹਾਨੂੰ ਦੱਸਿਆ ਕਿ ਜਿਵੇਂ ਆਪਾਂ ਇੱਕ ਜਰਨਲਾਈਜ਼ਡ ਜੋ ਵੀ ਕੁਝ ਚੱਲ ਰਿਹਾ ਮਾਰਕੀਟ 'ਚ ਨਾ, ਜਿਵੇਂ ਆਪਾਂ ਕੋਈ ਵੀ ਟ੍ਰੈਂਡ ਆ ਜਾਂਦਾ ਹੈ ਕਿ ਆਪਾਂ ਇਸ ਚੀਜ਼ ਨੂੰ ਲੈਣਾ, ਬਟ ਯੂ ਸ਼ੁੱਡ ਬੀ ਵੈਰੀ ਪਾਰਟਿਕੂਲਰ ਕਿ ਐਵਰੀਥਿੰਗ ਇਜ਼ ਨਾਟ ਮੈਂਟ ਫॉर ਐਵਰੀਬਡੀ। ਵੀ ਸ਼ੁੱਡ ਨੋ ਆਰ ਓਨ ਬੋਡੀ ਟਾਈਪ, ਹੈ ਨਾ। ਹੁਣ ਡਿਟੇਲ ਦੇ ਵਿੱਚ ਅਗਰ ਮੈਂ ਗੱਲ ਦੱਸਾਂ ਕਿ ਬੋਡੀ ਕਨਸਟੀਟਿਊਸ਼ਨ ਤੋਂ ਬਾਅਦ ਹੋਰ ਜਿਹੜੀ ਬਹੁਤ ਇੰਪੋਰਟੈਂਟ ਚੀਜ਼ ਹੈ ਜਿਹੜੇ ਅਸੀਂ ਪੈਰਾਮੀਟਰਸ ਨੂੰ ਲੈ ਕੇ ਚੱਲਦੇ ਹਾਂ ਡਾਈਟ ਪਲਾਨ ਲਈ, ਦੈਟ ਇਜ਼ ਦ ਕੁਆਲਿਟੀ ਆਫ ਦ ਫੂਡ। ਨਾਓ ਕੁਆਲਿਟੀ ਆਫ ਫੂਡ ਦੇ ਵਿੱਚ ਅਸੀਂ ਕਿਵੇਂ ਡਿਟਰਮਾਈਨ ਕਰਦੇ ਹਾਂ ਕਿ ਵਾਟ ਇਜ਼ ਦ ਸੋਰਸ ਆਫ ਦ ਫੂਡ। ਨਾਓ ਡੇਜ਼ ਤੁਸੀਂ ਦੇਖੋ ਕਿ ਅਸੀਂ ਕਹਿੰਦੇ ਹਾਂ ਕਿ ਇੱਕ ਲਾਈਵ ਫੂਡ ਹੈ, ਦੈਟ ਇਜ਼ ਕਮਿੰਗ ਫਰੋਮ ਦ ਫਰੈਸ਼ ਫਰੂਟਸ ਵੈਜੀਟੇਬਲਸ। ਇਹਨੂੰ ਆਪਾਂ ਇੱਕ ਜਿੰਦਾ ਖਾਣਾ ਕਹਾਂਗੇ, ਲਾਈਵ ਫੂਡ ਇਨ ਮਾਈ ਮਤਲਬ ਟਰਮੀਨੋਲੋਜੀ, ਅਸੀਂ ਇੱਕ ਰੈਗੂਲਰ ਟਰਮੀਨੋਲੋਜੀ ਤੇ ਇੱਕ ਫੂਡ ਹੈ ਡੈਡ ਫੂਡ, ਜਿਹਨੂੰ ਤਾਮਸਿਕ ਭੋਜਨ ਵੀ ਕਹਿ ਸਕਦੇ ਹਾਂ। ਤੁਸੀਂ ਦੇਖੋਗੇ ਤਾਂ ਆਪਾਂ ਜਿਹਨੂੰ ਵਿੱਚ ਕਹਿੰਦੇ ਬਾਸੀ ਖਾਣਾ ਹੋ ਗਿਆ, ਰੈਫਰੀਜਰੇਟਡ ਫੂਡ ਖਾ ਲਿਆ, ਅਸੀਂ ਪੈਕਡ ਫੂਡ ਖਾ ਲਿਆ, ਅੱਜਕੱਲ ਪੀਜ਼ਾਸ ਬਰਗਰਸ, ਦਿਸ ਇਜ਼ ਆਲ ਅ ਤਾਮਸਿਕ ਫੂਡ, ਦ ਡੈਡ ਫੂਡ ਵਿਦ ਨਿਲ ਕੈਲੋਰੀਜ਼, ਹੈ ਨਾ। ਜਿੱਥੇ ਆਪਾਂ ਪੈਕ ਕਰਕੇ ਰੱਖਦਾ ਉਸ ਵਿੱਚ ਕੋਈ ਲਾਈਵ એનર્ਜੀ ਨਹੀਂ ਹੈ ਉਸ ਫੂਡ ਦੇ ਵਿੱਚ। ਸੋ ਦਿਸ ਆਲਸੋ ਡਿਟਰਮਾਈਨਸ ਕਿ ਆਪਾਂ ਨੂੰ ਖਾਣੇ ਦੇ ਵਿੱਚ ਕੁਆਲਿਟੀ ਆਫ ਦ ਫੂਡ ਨੂੰ ਡਿਟਰਮਾਈਨ ਕਰਨਾ ਹੈ, ਕਿਸ ਫੂਡ ਨੂੰ ਇੰਟਰੋਡਿਊਸ ਕਰਨਾ ਹੈਗਾ ਅਕੋਰਡਿੰਗ ਟੂ ਦਾ ਬੋਡੀ ਟਾਈਪ ਆਲਸੋ। ਇੱਥੇ ਵੀ ਇੰਪੋਰਟੈਂਟ ਹੋ ਜਾਂਦਾ ਹੈ ਕਿਉਂਕਿ ਅਸੀਂ ਵੈਸਟਰਨ ਕੰਟਰੀਜ਼ ਦੇ ਉਹਨਾਂ ਦਾ ਜਿਹੜਾ ਪੈਟਰਨ ਹੈ, ਈਟਿੰਗ ਪੈਟਰਨ ਹੈ, ਦੈਟ ਇਜ਼ ਅਕੋਰਡਿੰਗ ਟੂ देयर ਕਲਾਈਮੇਟ ਐਂਡ देयर ਬੋਡੀ ਟਾਈਪਸ। ਇੰਡੀਆ ਵਿੱਚ ਅਸੀਂ ਬਹੁਤ ਲੱਕੀ ਹਾਂ ਕਿ ਇੰਡੀਆ ਦੇ ਵਿੱਚ ਵੀ ਗੈਟ ਐਵਰੀਥਿੰਗ ਨੈਚੁਰਲ ਐਂਡ ਵਿਦ ਸੀਜ਼ਨ। ਤੁਸੀਂ ਦੇਖੋ ਇੱਥੇ ਹਰ ਤਰੀਕੇ ਦੀ ਰਿਤੂ ਹੈ। We go through 6 types of ਰਿਤੂ ਵੇਰੀਏਸ਼ਨਸ ਆਉਂਦੀਆਂ ਨੇ। ਤੇ ਆਯੁਰਵੇਦ ਦੇ ਵਿੱਚ ਰਿਤੂ ਚਰਿਆ ਦਾ ਵੀ ਬਹੁਤ ਡਿਟੇਲ ਦੇ ਵਿੱਚ ਵਰਣਨ ਹੈ ਕਿ ਕਿਸ ਰਿਤੂ ਦੇ ਵਿੱਚ ਕਿਹੜੀ ਦੋਸ਼ ਦੀ ਪ੍ਰੋਡੋਮੀਨੈਂਸ ਹੈ, ਸਾਨੂੰ ਕਿਹੜੀਆਂ ਚੀਜ਼ਾਂ ਕਿਸ ਰੂਪ ਦੇ ਵਿੱਚ ਖਾਣੀਆਂ ਚਾਹੀਦੀਆਂ ਹੈ। ਤੇ ਵੀ ਆਰ ਲੱਕੀ ਕਿ ਵੀ ਆਰ ਇੰਡੀਅਨਸ ਔਰ ਸਾਨੂੰ ਇੱਥੇ ਨੇਚਰ ਨੇ ਬਹੁਤ ਸੋਹਣਾ ਫੂਡ ਪ੍ਰੋਵਾਈਡ ਕੀਤਾ ਹੈ। ਇਫ ਯੂ ਗੋ ਬਾਈ ਇਟ ਦੈਨ ਵਿਲ ਬੀ ਇਨ ਅ ਹੈਲਦੀ ਸਟੇਟ। ਅਗੇਨ ਕਮਸ ਦ ਕੁਆਂਟਿਟੀ ਆਫ ਫੂਡ। ਇਹਦੇ ਬਾਅਦ ਕੁਆਂਟਿਟੀ ਆਫ ਫੂਡ ਨੂੰ ਵੀ ਅਸੀਂ ਧਿਆਨ ਰੱਖਣਾ, ਜਿਹਦੇ ਵਿੱਚ ਮੈਂ ਤੁਹਾਨੂੰ ਕਿਹਾ ਕਿ ਅਗਰ ਕਫ ਪ੍ਰਕਿਰਤੀ ਦਾ ਪਰਸਨ ਸਵੇਰੇ ਉੱਠ ਕੇ ਕਫ ਕਾਲ ਦੇ ਵਿੱਚ, ਬਿਕੋਜ਼ ਅਸੀਂ ਡਾਇurnal ਵੇਰੀਏਸ਼ਨ ਵੀ ਲੈਂਦੇ ਹਾਂ ਕਾਲ ਦਾ ਕਿ ਡੇ ਦੇ ਵਿੱਚ ਵੀ ਅਲੱਗ-ਅਲੱਗ ਜਿਹੜੇ ਆਵਰਸ ਨੇ ਉਹਨਾਂ ਦੇ ਵਿੱਚ ਵੀ ਦੋਸ਼ ਤੇ ਪ੍ਰੀਡੋਮੀਨੈਂਸ ਹੁੰਦੀ ਹੈ। ਸਵੇਰੇ 6 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਇਟਸ ਅ ਕਫ ਕਾਲ। ਆਪਾਂ ਕਹਿੰਦੇ ਹਾਂ ਕਿ ਜਦੋਂ ਤੁਸੀਂ ਬ੍ਰਹਮ ਮੁਹੂਰਤ ਮਤਲਬ अर्ਲੀ ਮਾਰਨਿੰਗ ਉੱਠਦੇ ਹੋ ਤਾਂ ਯੂ ਗੈਟ ਐਨ ਈਜ਼ੀ ਗੈਟ ਅਪ। ਅਗਰ ਉਸ ਟਾਈਮ ਨੂੰ ਲੰਘਾ ਦਿੰਦੇ ਹੋ, जैसे 5 बजे 5:30 बजे 6 बजे तक तुसी उठ जाओ, तुसी ईजी उठ जाओगे। जे तुसी उस वेले दोबारा सो गए फिर उठना मुश्किल होंदा हैगा। अगर तुसी 7-8 बज के तुसी देखो तुसी बहुत लेथार्जिक होके उठदे हैगे, तुसी रियलाइज किया बिकॉज नाउ दैट काल कम्स फॉर द कफ काल। कफ काल दे विच अर्थ एलिमेंट दा प्रीडोमिनेंस हुंदा है। यू बॉडी टेंड्स टू गेट थोड़ा स्लो हो जाती है ਉਹਦੇ ਵਿੱਚ, ਇਸ ਲਈ ਕਹਿੰਦੇ ਕਿ अर्ली ਰਾਈਜ਼ਰਸ ਜਿਹੜੇ ਹੁੰਦੇ ਉਹ ਐਕਟਿਵ ਰਹਿੰਦੇ ਨੇ। ਠੀਕ ਹੈ। ਫਿਰ 10 ਤੋਂ 2 ਵਜੇ ਤੱਕ ਜਿਹੜਾ ਹੁੰਦਾ ਪਿੱਤ ਦਾ ਕਾਲ ਆ ਜਾਂਦਾ ਹੈ। ਤੁਹਾਨੂੰ ਮੈਕਸਿਮਮ ਈਟਿੰਗ ਜਿਹੜੀ ਹੈਗੀ ਆ, ਆਪਣਾ ਡਾਈਟ ਹੈ ਜਿਹੜੀ ਹੈਗੀ ਆ, ਦਾ ਬਿਗ ਪੋਰਸ਼ਨ ਆਫ ਯੋਰ ਡਾਈਟ ਸ਼ੁੱਡ ਗੋ ਵਿਦਨ ਦੈਟ ਟਾਈਮ, ਕਿਉਂਕਿ ਪਿੱਤ ਜਿਹੜਾ ਹੈਗਾ ਉਹ ਸਾਡੇ ਡਾਈਜੈਸਟਿਵ ਫਾਇਰ ਨੂੰ ਕਿੰਡਲ ਰੱਖਦਾ, ਅੱਛਾ ਹੁੰਦਾ, ਡਾਈਜੈਸਟਿਵ ਫਾਇਰ ਸਟਰੋਂਗ ਹੁੰਦੀ ਹੈ ਉਸ ਵੇਲੇ। ਦੈਨ ਅਗੇਨ 2 ਵਜੇ ਤੋਂ ਲੈ ਕੇ 6 ਵਜੇ ਤੱਕ ਵਾਤ ਦਾ ਕਾਲ ਆ ਜਾਂਦਾ ਹੈਗਾ। ਵਾਤ ਦੇ ਕਾਲ ਦੇ ਵਿੱਚ ਆਪਾਂ ਕਹਿੰਦੇ ਖਾ ਕੇ ਬਹੁਤ ਜ਼ਿਆਦਾ ਐਕਸਰਸਾਈਜ਼ ਨਹੀਂ ਕਰਨੀ, ਕਿਉਂਕਿ ਉਹਦੇ ਨਾਲ ਹੋਰ ਜ਼ਿਆਦਾ ਉਹਦੇ ਵਿੱਚ ਥੋੜਾ ਜਿਹਾ ਆਪਾਂ ਰੈਸਟ ਕਰ ਲੈਣਾ ਹੈਗਾ। ਔਰ ਉਹਦੇ ਵਿੱਚ ਇਸ ਤਰ੍ਹਾਂ ਦਾ ਅਸੀਂ ਜਿਹੜਾ ਹੈ ਕਿ ਬਹੁਤ ਜ਼ਿਆਦਾ ਫਾਸਟਿੰਗ ਨਹੀਂ ਰਹਿਣਾ। ਤੇ ਸ਼ਾਮ ਦੇ ਵਿੱਚ, ਹੈ ਨਾ। ਤੇ ਇਹਦੇ ਨਾਲ ਤੁਸੀਂ ਦੇਖੋ ਕਿ ਦਿਨ ਦੇ ਵੀ ਵੇਰੀਏਸ਼ਨਸ ਹੁੰਦੇ ਨੇ ਤੇ ਉਹਦੇ ਅਕੋਰਡਿੰਗ ਅਸੀਂ ਟਾਈਮਿੰਗ ਸੈੱਟ ਕਰਦੇ ਹਾਂ ਪਰਸਨ ਦੀ ਕਿ ਕਿਹੜੇ ਫੂਡ ਦੇ ਟਾਈਮਿੰਗਸ ਹੋਣੇ ਚਾਹੀਦੇ ਨੇ ਜਿਹੜੇ ਇਹਨੂੰ ਸੂਟ ਕਰਨਗੇ। ਠੀਕ ਹੈ। so many criterias are there। quantity of food time ਦੇ ਅਕੋਰਡਿੰਗ ਰਿਲੇਟ ਹੋ ਗਿਆ। ਟਾਈਮ ਦੇ ਵਿੱਚ ਤੁਹਾਡਾ ਦਿਨ ਦਾ ਵੀ ਆ ਗਿਆ, ਮੈਂ ਤੁਹਾਨੂੰ ਦੱਸਿਆ, ਰਿਤੂ ਦਾ ਵੀ ਕੰਸੈਪਟ ਆ ਗਿਆ, ਔਰ ਇਹਦੇ ਵਿੱਚ ਏਜ ਦਾ ਵੀ ਕੰਸੈਪਟ ਆ ਗਿਆ। ਐਂਡ ਲਾਸਟਲੀ ਵੈਰੀ ਇੰਪੋਰਟੈਂਟ ਦ ਕੰਬੀਨੇਸ਼ਨਸ ਆਫ ਫੂਡ।
which we keep in consideration. The wrong combinations lead to so many disorders ਜਿਹੜਾ ਕਿ ਅੱਜਕੱਲ ਬਹੁਤ prevalent ਹੈ। ਛੋਟੇ ਜਿਹੇ ਐਗਜ਼ਾਮਪਲ ਨਾਲ ਤੁਹਾਨੂੰ ਦੱਸਣਾ ਚਾਹਾਂਗੀ, ਜੇ ਵੀ ਆਰ ਵੈਰੀ ਈਜ਼ੀਲੀ ਆਪਾਂ ਤੁਸੀਂ ਦੇਖੋ ਕਿ ਸਵੇਰੇ ਦੁੱਧ ਦੇ ਨਾਲ ਕੁਝ ਵੀ ਨਮਕੀਨ ਚੀਜ਼ ਲੈ ਲੈਣੀ ਇਟਸ ਅ ਵੈਰੀ ਕਾਮਨ ਥਿੰਗ। ਬੱਚਿਆਂ ਨੂੰ ਅਸੀਂ ਜਨਰਲੀ ਕੀ ਕਰਦੇ ਹਾਂ, ਸਵੇਰੇ ਸਕੂਲ ਜਾਣਾ ਫਟਾਫਟ ਇੱਕ ਨਮਕ ਜਵੈਣ ਵਾਲੀ ਪਰੌਂਠੀ ਬਣਾਈ ਤੇ ਦੁੱਧ ਪੀ ਲਓ ਜੀ, ਫਟਾਫਟ ਦੁੱਧ ਪੀ ਲਓ ਨਾਲ। ਨੋ ਦਿਸ ਇਜ਼ ਹੈ ਨਾ ਜਿਹੜਾ ਅੱਜ ਕੱਲ੍ਹ ਹੈ ਫਾਸਟ ਫੂਡ ਦੇ ਵਿੱਚ ਮੇਯੋਨੀਜ਼ ਜਾਂ ਵਾਈਟ ਸੌਸਸ ਬਣਦੀਆਂ ਨੇ, ਤੁਸੀਂ ਦੇਖੋ ਪਾਸਟਾਸ ਦੇ ਵਿੱਚ, ਬਟ ਆਲ ਦੋਜ਼ ਪ੍ਰੀਪਰੇਸ਼ਨਸ ਹੈਵ ਮਿਲਕ ਐਂਡ ਦ ਸਾਲਟ ਇਨ ਇਟ। ਇਟਸ ਅ ਵੈਰੀ ਰੋਂਗ, ਇਟਸ ਅ ਵਿਰੁੱਧ, ਸਾਡੇ ਆਯੁਰਵੇਦ ਦੀ ਭਾਸ਼ਾ 'ਚ ਇਹਨੂੰ ਵਿਰੁੱਧ ਆਹਾਰ ਕਹਿੰਦੇ ਨੇ। ਲੌਂਗ ਟਰਮ 'ਚ ਜਾ ਕੇ ਯੈਸ ਇਹਦੇ ਦੋਨਾਂ ਦੇ ਜਿਹੜੇ ਹੈਗੇ ਨੇ ਇਫੈਕਟ ਆਪੋਜ਼ਿਟ ਹੁੰਦੇ ਨੇ ਔਰ ਫਾਈਨਲੀ ਜਾ ਕੇ ਸਾਡੇ ਡਾਈਜੈਸਟਿਵ ਫਾਇਰ ਨੂੰ ਵੀਕ ਕਰਦੇ ਨੇ। ਐਂਡ ਵੈਨ ਯੂਰ ਡਾਈਜੈਸਟਿਵ ਫਾਇਰ ਲੌਂਗ ਟਰਮ ਦੇ ਵਿੱਚ ਤੁਸੀਂ ਕੰਜ਼ਿਊਮ ਕਰਦੇ ਰਹੋਗੇ ਇਹਨਾਂ ਚੀਜ਼ਾਂ ਨੂੰ, ਤੇ ਉਹ ਵੀਕ ਡਾਈਜੈਸਟਿਵ ਫਾਇਰ ਫਿਰ ਤੁਹਾਡੀ ਕੀ ਹੋਏਗੀ, ਮੈਟਾਬੋਲਿਜ਼ਮ ਨੂੰ ਵੀ ਵੀਕ ਕਰੇਗੀ ਐਂਡ ਉੱਥੋਂ ਹੀ ਫਿਰ ਸਾਰਾ ਇੰਬੈਲੈਂਸ ਸਟਾਰਟ ਹੋ ਜਾਂਦਾ ਹੈਗਾ ਬੋਡੀ ਦਾ। ਤਾਂ ਵੀ ਹੈਵ ਟੂ ਕੀਪ ਇਨ ਕੰਸੀਡਰੇਸ਼ਨ ਆਲ ਥੀਸ ਫੈਕਟਰਸ। ਤੇ ਜਦੋਂ ਸਾਡੇ ਕੋਲ ਪਰਸਨ ਆਉਂਦਾ ਹੈ, ਅਸੀਂ ਇਹ ਸਾਰਾ ਸਭ ਤੋਂ ਪਹਿਲਾਂ ਉਹਨਾਂ ਦਾ ਬੋਡੀ ਟਾਈਪ ਐਨਾਲਾਈਜ਼ ਕਰਦੇ ਹਾਂ, ਦੈਨ ਵੀ ਕੀਪ ਇਨ ਟੂ ਅਕਾਊਂਟ ਦ ਵਿਚ ਸੀਜ਼ਨ ਇਜ਼ ਗੋਇੰਗ ਔਨ, ਪਰਸਨ ਦਾ ਪਰਸਨਲ ਕਿਸ ਫਾਰਮ ਦੇ ਵਿੱਚ ਸਾਡੇ ਕੋਲ ਆਇਆ, ਕਿਸ ਡਿਜ਼ੀਜ਼ ਸਟੇਟ ਨੂੰ ਲੈ ਕੇ ਆਇਆ। ਤੇ ਫਿਰ ਤੁਸੀਂ ਦੇਖੋ ਜਦੋਂ ਆਪਾਂ ਇਹ ਸਾਰੀ ਚੀਜ਼ਾਂ ਨੂੰ ਕੰਸੀਡਰ ਕਰਕੇ ਜਦੋਂ ਆਪਾਂ ਡਾਈਟ ਪਲਾਨ ਦਿੰਦੇ ਹਾਂ ਤੇ ਉਹਦੇ ਰਿਜ਼ਲਟਸ ਕੀ ਹੁੰਦੇ ਨੇ। ਨਾਰਮਲੀ ਮਾਰਕੀਟ 'ਚ ਪਰਸਨ ਡਾਈਟਸ ਲਈ ਉਦੋਂ ਹੀ ਜਾਂਦਾ ਜਦੋਂ ਉਹਨੂੰ weight ਘਟਾਉਣਾ ਹੁੰਦਾ ਹੈ, but I have seen that I am on diet because I am considering my weight. But when you come for an Ayurvedic consultation to an Ayurvedic diet expert, ਤੁਹਾਡੇ ਸਾਰੇ ਪੈਰਾਮੀਟਰਸ ਕੰਟਰੋਲ ਕੀਤੇ ਜਾਂਦੇ ਨੇ। ਉੱਥੇ ਕੀ ਹੈ ਕਿ ਤੁਹਾਡੀ ਜਿਹੜੀ ਪੈਥੋਲੋਜੀਕਲ ਰਿਪੋਰਟਸ ਵੀ ਨੇ, ਲਾਈਕ I have got reversal of uric acids, ਯੂਰਿਕ ਐਸਿਡ ਨਾਰਮਲ ਹੋਏ ਨੇ, ਜਾਂ ਹਾਈਪਰਲਿਪੀਡੀਮੀਆ ਹੈ ਉਹਦੇ ਕੇਸਿਸ ਸੋਲਵ ਕੀਤੇ ਨੇ, PCODs ਦੇ ਬਹੁਤ ਸਾਰੇ ਕੇਸਿਸ ਸੋਲਵ ਕੀਤੇ ਨੇ। ਔਰ ਅਗਰ ਇਹ ਸਾਰੀਆਂ ਚੀਜ਼ਾਂ ਬੈਲੈਂਸ ਹੁੰਦੀਆਂ ਤੇ ਜਿਹੜਾ weight ਹੈਗਾ ਉਹ ਤੇ ਸਾਈਡ ਬੈਨੀਫਿਟ ਹੈ, weight ਦਾ ਰਿਡਕਸ਼ਨ ਹੋ ਜਾਣਾ ਤੇ ਇੱਕ ਸਾਈਡ ਬੈਨੀਫਿਟ ਹੈ, ਉਹ ਆਟੋਮੈਟਿਕਲੀ ਹੋ ਹੀ ਜਾਂਦਾ ਹੈਗਾ। ਓਕੇ ਜੀ, ਸੋ ਕਈ ਚੀਜ਼ਾਂ ਕਲੀਅਰ ਹੋਈਆਂ ਤੇ ਕਈ ਚੀਜ਼ਾਂ ਵੈਸੇ ਸੁਣਦੇ ਰਹਿੰਦੇ ਆ ਨਾ, ਜਦੋਂ ਕਿਸੇ ਆਮ ਬੰਦੇ ਕੋਲ ਸੁਣੀਆਂ ਤੇ ਇੰਨੀਆਂ ਜ਼ਿਆਦਾ ਅਸਰ ਨਹੀਂ ਕਰਦੀਆਂ, ਪਰ ਜਦੋਂ ਕੋਈ ਡਾਕਟਰ ਜਾਂ ਉਸ ਚੀਜ਼ ਦਾ ਐਕਸਪਰਟ ਜਦੋਂ ਸਾਨੂੰ ਉਹੀ ਗੱਲ ਸਿੰਪਲ ਜੇ ਵੇ ਨਾਲ ਵੀ ਦੱਸ ਦੇਵੇ ਤੇ ਸਾਡੇ ਬਿਲਕੁਲ ਸਿੱਧਾ ਦਿਲ ਤੇ ਅਸਰ ਕਰਦਾ। ਤੇ ਮੈਂ ਬੈਠਾ ਸੋਚ ਰਿਹਾ ਸੀ ਕਿ ਇੱਕ ਗਜ਼ਲ ਦਾ ਇੱਕ ਸ਼ੇਰ ਸੀ ਕਿ ਯਾਰ ਗਮ ख्वारी में सही फरमाएंगे क्या। ਗਮਖਾਰੀ ਜਦੋਂ ਸਾਨੂੰ ਕੋਈ ਰੋਗ ਲੱਗ ਜਾਂਦਾ ਜਾਂ ਅਸੀਂ ਪੀੜਿਤ ਹੁੰਦੇ ਹਾਂ ਤੇ ਸਾਡੇ ਯਾਰ ਦੋਸਤ ਦੇਖੋ ਸਾਡਾ ਹਾਲ ਚਾਲ ਪੁੱਛਣ ਆ ਜਾਂਦੇ ਨੇ ਤੇ ਸਾਨੂੰ ਕਈ ਤਰ੍ਹਾਂ ਦੀਆਂ ਸਲਾਹਾਂ ਦਿੰਦੇ ਨੇ ਤੇ ਵੀ ਤੂੰ ਇੱਦਾਂ ਕਰ ਉੱਦਾਂ ਕਰ, ਕਿ ਯਾਰ ਗਮ ख्वारी में सही फरमाएंगे क्या, ਜ਼ਖਮੋਂ के भरने तलक ਨਾਖੂਨ ਨਾ ਨਿਕਲ ਆਏਂਗੇ ਕਿਆ। ਸੋ ਨਾਖੂਨ ਨਾ ਨਿਕਲ ਆਏਂਗੇ ਕਿਆ ਮਤਲਬ ਜਿਹੜੇ ਜ਼ਖਮ ਮੈਨੂੰ ਮਿਲੇ ਨੇ ਉਹਦਾ ਕਾਰਨ ਤਾਂ ਮੇਰੇ ਆਪਣੇ ਨਾਖੂਨ ਹੈ, ਕਿ ਮੈਂ ਆਪਣੇ ਨਾਖੂਨ ਦੇ ਨਾਲ ਹੀ ਜ਼ਖਮ ਬਣਾਏ, ਉਹਨੂੰ ਕੁਰੇਦਦਾ ਰਹਿਣਾ ਤੇ ਉਹਨੂੰ ਵਧਾਉਂਦਾ ਰਹਿਣਾ। ਸੋ ਜਿੰਨੀਆਂ ਵੀ ਤੁਹਾਡੀਆਂ ਹੈਲਥ ਦੇ ਨਾਲ ਰਿਲੇਟਡ ਜੋ ਵੀ ਤੁਹਾਡੀਆਂ ਸਮੱਸਿਆਵਾਂ ਹਨ, ਚਾਹੇ ਉਹ ਮੋਟਾਪਾ ਜਿੱਦਾਂ ਇਹਨਾਂ ਨੇ ਗੱਲ ਕੀਤੀ ਹੈ, ਜਾਂ ਹੋਰ ਵੀ ਜੋ ਡਿਜ਼ੀਜ਼ਸ ਸਾਨੂੰ ਲੱਗ ਰਹੇ ਹਨ ਜਾਂ ਪਿਛਲੇ ਆਪਾਂ ਆਪਣੇ ਜੀਵਨ ਦੇ ਸਮੇਂ ਵਿੱਚ ਦੇਖੇ ਜੋ ਲੱਗੇ ਹਨ, ਤੇ ਆਉਣ ਵਾਲੇ ਟਾਈਮ 'ਚ ਆਪਾਂ ਜੇ ਉਹਨਾਂ ਤੋਂ ਬਚਣਾ ਚਾਹੁੰਦੇ ਹਾਂ ਤਾਂ ਜ਼ਰੂਰ ਸਾਨੂੰ ਜਿਹੜੀਆਂ ਆਪਣੀਆਂ ਇਹੋ ਜਿਹੀਆਂ ਆਦਤਾਂ ਇਹਨਾਂ 'ਤੇ ਜ਼ਰੂਰ ਸਾਨੂੰ ਵਿਚਾਰ ਕਰਨਾ ਚਾਹੀਦਾ ਅਤੇ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਆਪਾਂ ਆਪਣਾ ਡਾਈਟ ਪਲਾਨ ਆਪਣੀ ਬੋਡੀ ਦੇ ਹਿਸਾਬ ਨਾਲ ਖੁਦ ਡਾਕਟਰ ਨਹੀਂ ਬਣਨਾ ਚਾਹੀਦਾ। ਅਤੇ ਨਾ ਹੀ ਅੱਜ ਕੱਲ੍ਹ ਇੱਕ ਬਹੁਤ ਫੇਮਸ ਡਾਕਟਰ ਚੱਲ ਰਿਹਾ, ਉਹਦਾ ਨਾਮ ਹੈ YouTube ਡਾਕਟਰ। ਮੇਰੇ ਮੰਮੀ ਬਹੁਤ ਦੇਖਦੇ ਨੇ YouTube ਅਤੇ ਉਹ ਸਾਨੂੰ ਦੱਸਦੇ ਰਹਿੰਦੇ ਨੇ YouTube ਇੱਦਾਂ ਕਹਿੰਦਾ, YouTube ਉੱਦਾਂ ਕਹਿੰਦਾ। ਸੋ ਸਾਰਿਆਂ ਦਾ ਹੁੰਦਾ, ਅਤੇ ਮੈਂ ਇੱਧਰੋਂ ਉੱਧਰੋਂ ਪੜ੍ਹ ਕੇ ਜਿੱਦਾਂ ਇੱਕ ਘਰ ਦਾ ਡਾਕਟਰ ਨਹੀਂ ਆਉਂਦੀ 10 ਰੁਪਏ ਦੀ ਕਿਤਾਬ ਆਮ ਬੱਸਾਂ 'ਚ ਮਿਲਦੀ ਆ, ਸੋ ਉਹ ਵੀ ਕਈ ਵਾਰ ਜਿਹੜਾ ਹੈਗਾ ਇਹੋ ਜਿਹੇ ਚੈਨਲਸ ਚੱਲ ਰਹੇ ਨੇ ਜਿਹੜੇ ਕਿ ਇਸ ਤਰ੍ਹਾਂ ਦੀਆਂ ਦੇਸੀ ਇਲਾਜ ਹੈ ਨਾ ਸਾਰਿਆਂ ਵਾਸਤੇ ਇਕੱਠੇ ਦੱਸ ਦਿੰਦੇ ਨੇ। ਸੋ ਜ਼ਰੂਰ ਜਿਹੜਾ ਹੈ ਤੁਸੀਂ ਆਪਣੇ ਐਕਸਪਰਟ ਨੂੰ ਜ਼ਰੂਰ ਮਿਲੋ, ਖਾਸ ਕਰਕੇ ਡਾਕਟਰ ਸਾਹਿਬ ਨਾਲ ਤੁਸੀਂ ਜਿਹੜਾ ਹੈਗਾ ਕੰਸਲਟ ਕਰ ਸਕਦੇ ਹੋ। ਈਵਨ ਜੋ ਤੁਸੀਂ ਕੁਝ ਪੁੱਛਣਾ ਚਾਹੋ ਤਾਂ ਮੈਂ ਡਾਕਟਰ ਸਾਹਿਬ ਨੂੰ ਜ਼ਰੂਰ ਰਿਕੁਐਸਟ ਕਰਾਂਗਾ ਕਿ ਜੋ ਵੀ ਸਾਡੇ ਵਿਊਅਰਸ ਉਹਨਾਂ ਦਾ ਕਮੈਂਟ ਆਵੇ ਅਤੇ ਜਦੋਂ ਵੀ ਤੁਹਾਨੂੰ ਟਾਈਮ ਲੱਗੇ ਤੁਸੀਂ ਉਹ ਕਮੈਂਟ ਪੜ੍ਹੋ ਅਤੇ ਜ਼ਰੂਰ ਉਹਦਾ ਰਿਪਲਾਈ ਕਰੋ, ਅਤੇ ਪਰਸਨਲ ਤੁਸੀਂ ਇਹਨਾਂ ਨੂੰ ਜਿਹੜਾ ਹੈਗਾ ਕੰਸਲਟ ਕਰ ਸਕਦੇ ਹੋ ਆਪਣਾ। ਉਹਦੇ ਲਈ ਵੀ ਅਸੀਂ ਜਿਹੜਾ ਹੈਗਾ ਡਾਕਟਰ ਸਾਹਿਬ ਨੂੰ ਰਿਕੁਐਸਟ ਕਰਾਂਗੇ ਕਿ ਕਿਸੇ ਵੇਲੇ ਲਾਈਵ ਵੀ ਆਪਾਂ ਜ਼ਰੂਰ ਆਵਾਂਗੇ ਕਿ ਤੁਹਾਡੀਆਂ ਜੋ ਵੀ ਕੁਐਸਚਨਸ ਹੋਣਗੇ ਉਹਨੂੰ ਆਪਾਂ ਆਨਸਰ ਕਰਾਂਗੇ। ਸੋ ਇਹ ਤਾਂ ਸੀ ਡਾਕਟਰ ਸਾਹਿਬ, ਤੁਸੀਂ ਬਹੁਤ ਅੱਛੇ ਤਰੀਕੇ ਨਾਲ ਗੱਲ ਕੀਤੀ ਡਾਈਟ ਪਲਾਨ ਦੀ, ਉਹ ਕਿਸ ਤਰ੍ਹਾਂ ਡਿਫਰ ਕਰਦਾ ਅਤੇ ਸਾਨੂੰ ਬੋਡੀ ਦੇ ਹਿਸਾਬ ਨਾਲ
ਟਾਈਮ ਦੇ ਹਿਸਾਬ ਨਾਲ, ਆਪਣੀ ਏਜ ਦੇ ਹਿਸਾਬ ਨਾਲ, ਠੀਕ ਹੈ, ਈਵਨ ਕਲਾਈਮੇਟ ਕੰਡੀਸ਼ਨਸ ਦੇ ਹਿਸਾਬ ਨਾਲ। ਜਿਸ ਤਰ੍ਹਾਂ ਦੱਸਿਆ ਕਿ ਬਾਹਰਲੇ ਦੇਸ਼ਾਂ ਦਾ ਇੱਕ ਆਪਣਾ ਹੈਗਾ ਤੇ ਆਪਾਂ ਕਈ ਵਾਰ ਉਸ ਨੂੰ ਫੋਲੋ ਕਰਦੇ ਹਾਂ, ਤੇ ਉਹ ਜ਼ਰੂਰੀ ਨਹੀਂ ਕਿ ਸਾਨੂੰ ਜਿਹੜਾ ਉਸ ਤਰ੍ਹਾਂ ਦਾ ਨਾ ਜਿਹੜਾ ਫਾਇਦੇਮੰਦ ਰਹੇ। ਸੋ ਇਹ ਡਾਈਟ ਪਲਾਨ ਇਸ ਤਰ੍ਹਾਂ ਸਾਨੂੰ ਜਿਹੜਾ ਹੈਗਾ ਬਣਾਉਣਾ ਚਾਹੀਦਾ। ਕਾਫੀ ਚੀਜ਼ਾਂ ਇਹਨਾਂ ਨੇ ਉਹ 'ਚ ਇਨਵੋਲਵ ਕੀਤੀਆਂ। ਤੇ ਫਿਰ ਵੀ ਇੱਕ ਆਖਰੀ ਜਾਂ ਕਹਿ ਲਓ ਕਿ ਜਿਵੇਂ ਮੇਰੇ ਦਿਮਾਗ 'ਚ ਤਾਂ ਇਹੀ ਹੁੰਦਾ ਕਿ ਫਾਈਨਲ ਮੈਂ ਕਦੀ ਨਹੀਂ ਕਹਿੰਦਾ ਨਾ, ਮੈਂ ਕਹਿੰਦਾ ਹੁੰਦਾ ਸੈਮੀ ਫਾਈਨਲ। ਸੋ ਇੱਕ ਆਖਰੀ ਤੋਂ ਪਹਿਲਾਂ ਮੈਂ ਸੋਚ ਰਿਹਾ ਸੀ ਕਿ ਇੱਕ ਮੇਰੇ ਜਿਵੇਂ ਦਿਮਾਗ 'ਚ ਆ ਰਿਹਾ ਸੀ ਕਿ ਜਦੋਂ ਤੁਸੀਂ ਵੇਟ ਦੀ ਗੱਲ ਕੀਤੀ, ਤੇ ਵੇਟ ਘਟਾਉਣ ਲਈ ਮਿਲੋ ਤੇ ਕਿੰਨੀਆਂ ਸਾਰੀਆਂ ਦਵਾਈਆਂ, ਤੇ ਕਿੰਨੇ ਸਾਰੇ ਕਈ ਵਾਰ ਤਾਂ ਹੁਣ ਆਪਰੇਸ਼ਨਸ ਵਗੈਰਾ ਵੀ ਆ ਗਏ ਕਿ ਚਰਬੀ ਉਹ ਵਿੱਚੋਂ ਹੈ ਨਾ ਕੱਢ ਦਿੰਦੇ ਨੇ। ਕਿ ਆਯੁਰਵੇਦ ਵਿੱਚ ਵੀ ਜੇ ਮੰਨ ਲਓ ਕਈ ਜਣੇ ਹੁੰਦੇ ਨੇ, ਯਾਰ ਇੰਨਾ ਕੁਝ ਨਹੀਂ ਸਾਡੇ ਕੋਲ ਕੀਤਾ ਜਾਏਗਾ, ਸਾਨੂੰ ਤਾਂ ਗੋਲੀ ਦੱਸੋ ਅਸੀਂ ਖਾਈਏ ਤੇ ਠੀਕ ਹੋ ਜਾਈਏ। ਕਿ ਜੇ ਕੋਈ ਇਸ ਤਰ੍ਹਾਂ ਮੰਨੇ ਹੀ ਨਾ, ਹੈ ਨਾ, ਐਂਡ ਜਿਹੜਾ ਹੈਗਾ ਉਸ ਤੋਂ ਬਾਅਦ ਕੋਈ ਮੈਡੀਸਨਸ ਵੀ ਪ੍ਰੋਵਾਈਡ ਹੁੰਦੀ ਹੈ ਇਸ ਤਰ੍ਹਾਂ ਆਯੁਰਵੇਦ ਵਿੱਚ ਕਿ ਹਾਂ ਜੇ ਆਹ ਪ੍ਰੋਬਲਮਸ ਹੈ ਤੇ ਉਹਦੇ ਲਈ ਮੈਡੀਸਨ, ਜੇ ਅਸਾਧ ਹੀ ਹੋ ਗਿਆ, ਪਾਣੀ ਸਿਰ ਤੋਂ ਲੰਘ ਹੀ ਗਿਆ, ਹੈ ਨਾ, ਉਹਦੇ ਵਾਸਤੇ ਜੇ ਕੋਈ ਮੈਡੀਸਨ ਹੈ, ਮੈਡੀਸਨ ਦਾ ਆਯੁਰਵੇਦ ਵਿੱਚ ਕੀ ਜਿਹੜਾ ਹੈਗਾ ਰੋਲ ਹੈ, ਉਹਦੇ ਬਾਰੇ ਜ਼ਰੂਰ ਤੁਸੀਂ ਥੋੜ੍ਹਾ ਸਾਨੂੰ ਦੱਸੋ। ਹਾਂਜੀ, ਇਹਦੇ ਵਿੱਚ ਮੈਂ ਡੈਫੀਨੇਟਲੀ ਜਦੋਂ ਅਸੀਂ ਇੱਕ ਹੋਲਿਸਟਿਕ ਅਪਰੋਚ ਨਾਲ ਚੱਲਦੇ ਹਾਂ, ਜਦੋਂ ਪੇਸ਼ੈਂਟ ਆਉਂਦਾ ਹੈ ਜਿਵੇਂ ਉਹਨੇ ਤੇ ਵੇਟ ਨੂੰ ਲੈ ਕੇ ਮੰਨ ਲਓ ਸਾਨੂੰ ਕਿੱਦਾਂ ਕਿ ਵੀ ਵੇਟ ਰਿਡਕਸ਼ਨ ਲਈ ਮੈਂ ਕੰਸਲਟ ਕੀਤਾ, ਬਟ ਐਕਚੁਅਲੀ ਦੇ ਵਿੱਚ ਵੇਟ ਓਬੇਸਿਟੀ ਇਜ਼ not a single disease, it's a ਤੁਸੀਂ ਸਿੰਡਰੋਮ ਆਪਾਂ ਇਹਨੂੰ ਮੰਨਦੇ ਹਾਂ, ਇਟਸ ਅ ਕਲੈਕਸ਼ਨ ਆਫ ਬਹੁਤ ਸਾਰੇ ਡਿਜ਼ੀਜ਼ਸ ਓਬੇਸਿਟੀ ਦੇ ਨਾਲ ਆਪ ਹੀ ਆ ਜਾਂਦੀਆਂ ਨੇ। ਤੇ ਉੱਥੇ ਕੀ ਹੁੰਦਾ ਹੈ ਕਿ ਐਟ ਕਾਇਕਲਪ ਅਸੀਂ ਬਿਕੋਜ਼ ਵੀ ਆਰ ਅ ਟੀਮ ਆਫ ਡਾਕਟਰਸ ਦੇਅਰ, say I deal with the diet part and then the medicine part is been dealt by the other experienced doctors, और ਜਿੱਥੇ ਨਾੜੀ ਪਰੀਖਿਆ ਕਰਕੇ ਫਿਰ ਉਹਨਾਂ ਦੇ ਅਕੋਰਡਿੰਗ ਉਹਨਾਂ ਨੂੰ ਉਹ ਮੈਡੀਸਿਨਸ ਵੀ ਦਿੱਤੀਆਂ ਜਾਂਦੀਆਂ ਐਂਡ ਦ ਰਿਕੁਆਇਰਡ ਪੰਚਕਰਮ, ਜਿਵੇਂ ਆਪਾਂ ਉਧਰਤਨ ਜਿਵੇਂ ਡਰਾਈ ਮਸਾਜਸ ਹੁੰਦੀਆਂ ਨੇ, ਵੈਰੀ ਹੈਲਪਫੁਲ ਇਨ ਦ ਕੇਸ ਆਫ ਸਮ ਓਬੇਸਿਟੀਜ਼। ਔਰ ਇਸ ਤਰ੍ਹਾਂ ਦੇ ਅਸੀਂ ਪ੍ਰੋਸੀਜਰਸ ਜਿਹੜੇ ਹੈਗੇ ਫਿਰ ਉਹ ਕਸਟਮਾਈਜ਼ ਆਪਾਂ ਪਰਸਨ ਦੇ ਲਈ ਪਲਾਨ ਕਰਦੇ ਹਾਂ। ਫਿਰ ਇੱਕ ਕੰਬਾਈਨਡ ਜਿਹਨੂੰ ਆਪਾਂ ਕਹਿੰਦੇ ਕਿ ਥੈਰੇਪੀ ਬਣ ਜਾਂਦੀ ਹੈਗੀ ਹੈ ਐਂਡ ਇਟ ਵਰਕਸ ਵੰਡਰਸ। ਬਹੁਤ ਅੱਛਾ। ਇੱਕ ਲੈਸਨ ਅਸੀਂ ਪੜ੍ਹਦੇ ਸੀ ਦ ਡਾਕਟਰ ਵਰਡਸ। ਸੋ ਡਾਕਟਰ ਵਰਡਸ ਦਾ ਇੱਥੇ ਬਹੁਤ ਵੱਡਾ ਯੋਗਦਾਨ ਹੁੰਦਾ। ਸੁਰਜੀਤ ਪਾਤਰ ਜੀ ਵੀ ਕਹਿੰਦੇ ਨੇ ਕਿ ਜੇ ਦਿਲ ਖੋਲ੍ਹ ਲੈਂਦੇ ਯਾਰਾਂ ਦੇ ਨਾਲ ਤਾਂ ਇਹ ਖੋਲ੍ਹਣਾ ਨਾ ਪੈਂਦਾ ਔਜ਼ਾਰਾਂ ਦੇ ਨਾਲ। ਸੋ ਆਪਣੇ ਯਾਰ ਦੋਸਤ ਨਾਲ ਜ਼ਰੂਰ ਗੱਲਬਾਤ ਕਰਦੇ ਰਹੋ, ਆਪਣੇ ਆਪ ਨੂੰ ਜਿਹੜਾ ਹੈਗਾ ਜ਼ਰੂਰ ਤੁਸੀਂ ਹਲਕਾ ਜਿਹੜਾ ਰੱਖੋ, ਅਤੇ ਆਪਣੇ ਡਾਕਟਰ ਜੋ ਸਭ ਤੋਂ ਤੁਹਾਡਾ ਵਧੀਆ ਦੋਸਤ ਹੈ ਉਹਦੇ ਨਾਲ ਜ਼ਰੂਰ ਆਪਣੀ ਸਿਹਤ ਲਈ ਕੰਸਲਟ ਕਰਦੇ ਰਹੋ ਤਾਂ ਕਿ ਤੁਸੀਂ ਹੈਲਦੀ ਰਹਿ ਸਕੋ। ਸੋ ਜਿੱਦਾਂ ਤੁਸੀਂ ਗੱਲ ਕੀਤੀ, ਮੇਰੇ ਖਿਆਲ ਮੈਂ ਜਿਹੜਾ ਆਪਣੇ ਪ੍ਰੋਗਰਾਮ ਦੇ ਨਾਲ ਬੜਾ ਅਨਿਆਏ ਕਰਾਂਗਾ। ਤੁਸੀਂ ਜਿਹੜੀ ਇੰਸਟੀਟਿਊਸ਼ਨ ਦੇ ਨਾਲ ਜੁੜ ਕੇ ਕੰਮ ਕਰ ਰਹੇ ਹੋ ਕਾਇਆਕਲਪ, ਉਹਦੇ ਬਾਰੇ ਜ਼ਰੂਰ ਦੱਸੋ। ਇਹ ਕਿੱਥੇ ਹੈ ਅਤੇ ਉਹ ਕੀ ਕੰਮ ਕਰ ਰਹੀ ਹੈ ਅਤੇ ਕੀ ਉਹਦੇ ਵਿੱਚ ਉਪਚਾਰ ਹੁੰਦੇ ਨੇ ਅਤੇ ਕਿਸ ਤਰ੍ਹਾਂ ਤੁਸੀਂ ਕਿਹੋ ਜਿਹੇ ਕਹਿ ਲਓ ਪੇਸ਼ੈਂਟਸ ਉੱਥੇ ਤੁਸੀਂ ਡੀਲ ਕਰਦੇ ਹੋ, ਉਹਦੇ ਬਾਰੇ ਜ਼ਰੂਰ ਦੱਸੋ। The Sampurna Kayakalp organization is more than 20 years old and practicing authentic Ayurveda here in Ludhiana, and long history of patients of chronic diseases ਜਿਹੜੇ ਉੱਥੇ ਠੀਕ ਹੋਏ ਨੇ, because it's a complete holistic center, right? ਉੱਥੇ ਜਿਹੜੇ ਐਕਸਪਰਟਸ ਹੈਗੇ ਨੇ ਔਰ ਉਹਨਾਂ ਦੇ ਨਾਲ ਫਸਟ ਵੀ ਲੈਂਡ ਅਪ ਐਟ ਦ ਕਰੈਕਟ ਡਾਇਗਨੋਸਿਸ ਆਫ ਦ ਡਿਜ਼ੀਜ਼, ਰੂਟ ਕਾਜ਼ ਜਿਵੇਂ ਤੁਹਾਨੂੰ ਦੱਸਿਆ ਕਿ ਉਹਦੇ ਨਾਲ ਉਹਨੂੰ ਪਕੜਦੇ ਆ। ਦੈਨ ਇਟ ਇਜ਼ ਬੀਨ ਡੈਲਟ ਵਿਦ ਦ ਓਥੈਂਟਿਕ ਆਯੁਰਵੈਦਿਕ ਮੈਡੀਸਿਨਸ। ਦੇ ਹੈਵ ਦੇਅਰ ਓਨ ਯੂਨਿਟ ਆਲਸੋ ਫॉर ਦ ਸਪੈਸ਼ਲੀ ਫॉर ਦ ਸਕਿਨ, ਜਿਹੜੀ ਉੱਥੇ ਹੀ ਬਣ ਰਹੀਆਂ ਨੇ ਦਵਾਈਆਂ authentic under the expert guidance under the Dr. Preeti, ਉਹ ਹੈਗੇ this expert। ਐਂਡ ਦੈਨ ਜਿਹੜਾ ਪੰਚਕਰਮ ਰਿਕੁਆਇਰਡ ਹੈ, ਜਿਹੜਾ ਮੈਂ ਤੁਹਾਨੂੰ ਦੱਸਿਆ ਪੰਚਕਰਮ, ਨੋਰਮਲੀ ਲੋਕਾਂ ਨੂੰ ਇਹ ਪਤਾ ਹੈ ਕਿ ਵੀ ਆਯੁਰਵੈਦਿਕ ਦੇ ਵਿੱਚ ਮਸਾਜਸ ਹੁੰਦੀਆਂ ਨੇ, ਹੈ ਨਾ, ਉਹਨੂੰ ਹੀ ਪੰਚਕਰਮ ਦਾ ਨਾਮ ਕਿਹਾ, ਬਟ I must tell ਕਿ this is only the ਪੂਰਵ ਕਰਮ। ਪੰਚਕਰਮ ਦਾ ਜਿਹੜਾ ਇੱਕ ਪੂਰਵ ਕਰਮ ਹੁੰਦਾ ਹੈ, ਉਹਦੇ ਵਿੱਚ ਆਉਂਦਾ ਹੈ ਸਨੇਹਨ, ਦ ਮਸਾਜਸ ਐਂਡ ਦ ਸਵੇਦਨ, ਦ ਫੋਮੈਂਟੇਸ਼ਨ ਪਾਰਟ, ਜਿਹਨੂੰ ਆਪਾਂ ਸਟੀਮਿੰਗ ਔਰ ਇਹ ਸਭ ਕਹਿੰਦੇ ਆ। ਐਕਚੁਅਲ ਪੰਚਕਰਮਾਂ ਦੇ ਵਿੱਚ ਆਉਂਦਾ ਹੈ ਵਮਨ, ਵਿਰੇਚਨ ਐਂਡ ਵਸਤੀ। These are the procedures, like Vaman is a procedure ਜਿਹਦੇ ਵਿੱਚ ਅਸੀਂ through like emetic drugs ਹੋ ਗਈਆਂ, ਜਿਵੇਂ ਆਪਾਂ vomiting ਦੇ through ਦੋਸ਼ ਦਾ ਨਿਰਹਰਣ ਕਰਦੇ ਹਾਂ ਬੋਡੀ ਤੋਂ।
Okay. ਰਾਈਟ। ਸੋ ਸਪੈਸ਼ਲੀ ਇਨ ਦ ਬਸੰਤ ਰਿਤੂ ਜਦੋਂ ਕਫ ਪ੍ਰਕੋਪਿਤ ਹੁੰਦਾ ਹੈ, ਜਿਸ ਵੇਲੇ ਬਹੁਤ ਸਾਰੀ ਐਲਰਜੀਜ਼ ਦਾ ਟਾਈਮ ਹੁੰਦਾ ਹੈਗਾ, ਉਸ ਵੇਲੇ ਇਹ ਪ੍ਰੋਸੀਜਰ ਸਪੈਸ਼ਲੀ ਕੀਤਾ ਜਾਂਦਾ ਹੈਗਾ, ਰਾਈਟ। ਐਂਡ ਇਸ ਤਰ੍ਹਾਂ ਆ ਜਾਂਦਾ ਹੈ ਵਿਰੇਚਨ। ਵਿਰੇਚਨ ਇਜ਼ ਥਰੂ ਪਰਗੇਟਿਵ ਡਰੱਗਸ। ਪਰਗੇਟਿਵ ਮਤਲਬ ਥਰੂ ਸਟੂਲ ਤੁਹਾਡੇ ਜਿਹੜਾ ਹੈਗੇ ਉਹ ਰਿਮੂਵਲ ਆਫ ਦੋਸ਼ਾਸ ਹੁੰਦੇ ਨੇ। ਇਹ ਬਹੁਤ ਹੀ ਐਕਸਪਰਟ ਗਾਈਡੈਂਸ ਦੇ ਵਿੱਚ ਡਾਕਟਰ ਪ੍ਰੀਤੀ, ਡਾਕਟਰ ਸੁਨੀਤ ਉਹਨਾਂ ਦੇ ਗਾਈਡੈਂਸ ਦੇ ਵਿੱਚ ਇਹ ਪ੍ਰੋਸੀਜਰ ਚੱਲ ਰਹੇ ਨੇ। ਐਂਡ ਸੋ ਮੈਨੀ ਕ੍ਰੋਨਿਕ ਡਿਜ਼ੀਜ਼ਸ ਜਿਹਦਾ ਕਿ ਐਲੋਪੈਥੀ 'ਚ ਕੋਈ ਇਲਾਜ ਨਹੀਂ ਹੈ, especially the skin diseases, psoriasis, some of the very chronic diseases of abdomen, ulcerative colitis, ਕਈ ਸਾਰੇ ਪੇਸ਼ੈਂਟਸ ਜਿਹੜੇ ਹੈਗੇ ਇਹਦਾ ਲੈ ਚੁੱਕੇ ਨੇ benefit। and then comes a ਬਸਤੀ ਚਿਕਿਤਸਾ, ਜਿਹਦੇ ਵਿੱਚ ਆਪਾਂ specially some medicated enemas are given for the ਵਾਤ ਦੋਸ਼ਾ। ਤੇ ਇਹ ਸਾਰਾ ਸਪੈਸ਼ਲਾਈਜ਼ ਟ੍ਰੀਟਮੈਂਟ ਜਿਹੜਾ ਹੈਗਾ, ਸਪੈਸ਼ਲ ਐਕਸਪਰਟ ਦੀ ਕੇਅਰ ਦੇ ਅੰਦਰ ਆਥੈਂਟਿਕ ਟ੍ਰੀਟਮੈਂਟ ਚੱਲ ਰਿਹਾ ਹੈਗਾ ਇਸ ਵੇਲੇ ਸੰਪੂਰਨ ਕਾਇਕਲਪ 'ਚ। ਤੇ ਇਸ ਦੇ ਨਾਲ ਨਾਲ ਕੀ ਹੈਗਾ ਕਿ ਜਿਹੜਾ ਉਹਨਾਂ ਦਾ ਡਾਈਟ ਵਾਲਾ ਪਾਰਟ ਹੈਗਾ, ਦੈਟ ਆਈ ਐਮ ਲੁਕਿੰਗ ਆਫਟਰ, ਡਾਈਟ ਐਂਡ ਨਿਊਟ੍ਰੀਸ਼ਨ ਸੈਕਸ਼ਨ। ਤੇ ਜਦੋਂ ਪਰਸਨ ਕਮਸ ਤੇ ਉਹਦੀ ਮਤਲਬ ਉਹਦੀ ਇੱਕ ਅਪਰੋਚ ਹੋਲਿਸਟਿਕ ਹੋ ਜਾਂਦੀ ਹੈ। ਲਾਈਕ ਦਿਸ ਰਾਈਟ ਨਾਓ ਸਾਡੇ ਕੋਲ ਬਹੁਤ ਸਾਰੇ ਪੇਸ਼ੈਂਟਸ ਹੈਗੇ ਨੇ ਜਿਹੜੇ ਕਿ ਇਨਰੋਲਡ ਨੇ, ਫੈਮਲੀਜ਼ ਸਾਡੇ ਨਾਲ ਇਨਰੋਲਡ ਨੇ, ਜਿਹੜੇ ਕਿ ਮੰਥਲੀ ਬੇਸਿਸ ਤੇ ਸਾਡੇ ਕੋਲੋਂ ਆਉਂਦੀਆਂ ਨੇ। ਔਰ ਮੰਥਲੀ ਬੇਸਿਸ ਤੇ ਜਿਵੇਂ ਕੋਈ ਸੀਜ਼ਨ ਚੇਂਜ ਹੁੰਦਾ ਹੈਗਾ ਤੇ ਦੇ ਕਮ ਬਿਕੋਜ਼ ਉਹਨਾਂ ਦਾ ਬੋਡੀ ਟਾਈਪ ਐਨਾਲਿਸਿਸ, ਕਨਸਟੀਟਿਊਸ਼ਨ ਐਨਾਲਿਸਿਸ ਹੋ ਚੁੱਕਾ ਹੈ ਆਲਰੇਡੀ, ਵੀ ਹੈਵ that in record. So what we have to prescribe them is ਕਿ now ਤੁਹਾਨੂੰ ਇਸ ਸੀਜ਼ਨ ਦੇ ਵਿੱਚ ਕਿਸ ਤਰ੍ਹਾਂ ਦਾ ਆਪਣਾ ਆਹਾਰ ਰੱਖਣਾ ਹੈ ਔਰ ਕਿਸ ਤਰ੍ਹਾਂ ਦਾ ਆਪਣਾ ਵਿਹਾਰ ਮਤਲਬ ਆਪਣਾ ਲਾਈਫ ਸਟਾइल रखना है। क्या बात है। सो डैट की और वही सानू कहते कि डॉक्टर साहब अगर हम इसको फॉलो करते हैं तो सानू ना वी डोंट रिमेंबर कि सानू लास्ट फीवर वायरल फीवर कदों आया सी, कदी पैरासीटामोल नहीं खाधी उन्होंने पेशेंट्स ने, कदी उन्होंने कोई एंटासिड नहीं खाधा। So they are keeping very healthy. So there are certain families persons कई ऐसी गल नहीं, कोविड तो बाद लोग बहुत जागरूक हो गए ने अपने बारे, स्पेशली फॉर आयुर्वेदा। उन्होंने पता लग चुका है कि डाइट एंड लाइफस्टाइल मॉडिफिकेशंस नाल सानू की फर्क पै सकता है। सो दे कम टू अस, फिर ਅਸੀਂ ਉਹਨਾਂ ਦੀ ਕੰਸਲਟੇਸ਼ਨ ਕਰਦੇ ਹਾਂ ਐਂਡ ਡੈਫੀਨਿਟਲੀ ਵਿਦ ਐਨ ਹੋਲਿਸਟਿਕ ਅਪਰੋਚ। ਦਿਸ ਇਜ਼ ਦ ਬੈਨੀਫਿਟ ਆਫ ਦੈਟ ਸੈਂਟਰ ਬਿਕੋਜ਼ ਉੱਥੇ ਇੱਕ ਹੋਲਿਸਟਿਕ ਅਪਰੋਚ ਦੇ ਨਾਲ ਪੇਸ਼ੈਂਟ ਨੂੰ ਜਿਹੜਾ ਹੈਗਾ ਬੈਨੀਫਿਟ ਮਿਲਦਾ ਹੈਗਾ। ਬਹੁਤ ਵਧੀਆ। ਤੇ ਇੱਕ ਹੋਰ ਜਿਹਨੂੰ ਕਹਿੰਦੇ ਸੈਕਿੰਡ ਲਾਸਟ ਕੁਐਸਚਨ ਜਿਹੜਾ ਤੁਹਾਡੀਆਂ ਗੱਲਾਂ ਦੇ ਵਿੱਚੋਂ ਹੀ ਅੱਗੇ ਤੋਂ ਅੱਗੇ ਇਸ ਤਰ੍ਹਾਂ ਦਿਮਾਗ ਵਿੱਚ ਆਈ ਜਾ ਰਹੇ ਹਨ। ਜਿਸ ਤਰ੍ਹਾਂ ਆਪਾਂ ਐਲੋਪੈਥੀ ਦੀ ਗੱਲ ਤੁਸੀਂ ਕੀਤੀ, ਐਲੋਪੈਥੀ 'ਚ ਕੀ ਇੱਕ ਸਭ ਤੋਂ ਵੱਡਾ ਜਿਵੇਂ ਕਹਿੰਦੇ ਨਾ ਉਹਦੀ ਤਰਾਸਦੀ ਇਹ ਹੈਗੀ ਹੈ ਕਿ ਉਹਦੇ ਜੋ ਸਾਈਡ ਇਫੈਕਟਸ ਹੈ ਉਹ ਉਹਦੇ ਨਾਲ ਬਹੁਤ ਬੁਰੀ ਤਰ੍ਹਾਂ ਜੁੜੇ ਹੋਏ ਹਨ, ਜਿਹਦੇ ਕਰਕੇ ਮੈਂ ਦੇਖਿਆ ਕਿ ਜਦੋਂ ਵੀ ਕੋਈ ਐਲੋਪੈਥੀ ਤੋਂ ਦੂਰ ਹਟਦਾ ਨਾ, ਸਿਰਫ ਮੈਨੂੰ ਕਾਰਨ ਇੱਕੋ ਹੀ ਦੱਸਦਾ ਕਿ ਜੀ ਇਹਦੇ ਸਾਈਡ ਇਫੈਕਟ ਬਹੁਤ ਹੋ ਗਏ। ਅਤੇ ਉਹਦੇ ਕਰਕੇ ਕਿ ਆਯੁਰਵੈਦਿਕ ਉਪਚਾਰ ਦੇ ਵਿੱਚ ਜਾਂ ਇਸ ਫੀਲਡ ਦੇ ਵਿੱਚ ਕਿ ਇਹੋ ਜਿਹੀ ਕੋਈ ਗੱਲ ਹੈ ਸਾਈਡ ਇਫੈਕਟਸ ਵਾਲੀ ਜਾਂ ਇਸ ਤੋਂ ਇਹਦਾ ਬਚਾਅ ਕਿਸ ਤਰ੍ਹਾਂ ਹੈ, ਇਹ ਜ਼ਰੂਰ ਤੁਸੀਂ ਇਹਦੇ ਬਾਰੇ ਜਾਣਨਾ। ਫॉर दिस डेफिनेटली मैं कहना चाहूँगी कि you have to consult a authentic ayurveda expert for this, क्योंकि बहुत माल प्रैक्टिस है इस वेले आयुर्वेद ਨੂੰ ਲੈ ਕੇ। एंड you don't know कि which type of drugs किस तरह ਦੀ ਦਵਾਈਆਂ ਦਿੱਤੀਆਂ ਆਯੁਰਵੇਦ ਦੇ ਨਾਮ ਤੇ, ਕਿਉਂਕਿ ਲੋਕਾਂ ਨੂੰ ਜਨਰਲੀ ਪਤਾ ਹੈ ਕਿ ਹਰਬਲ ਮੈਡੀਸਿਨਸ ਆਯੁਰਵੇਦ ਦੇ ਨਾਂ ਤੇ ਉਹ ਹਰਬਸ ਨੂੰ ਲੈ ਲੈਂਦੇ ਨੇ, ਬਟ ਆਯੁਰਵੇਦ ਦੇ ਵਿੱਚ ਤੇ ਬਹੁਤ ਸਾਰੀ ਰਸ ਔਸ਼ਧੀਆਂ ਵੀ ਆਉਂਦੀਆਂ ਨੇ। ਵੀ ਯੂਜ਼ ਮਰਕਰੀ, ਵੀ ਯੂਜ਼ ਆਰਸੈਨਿਕ, ਬਹੁਤ ਸਾਰੀ ਜਿਵੇਂ ਆਪਾਂ ਕਹਿੰਦੇ ਕਿ ਭਸਮਾਂ ਯੂਜ਼ ਹੁੰਦੀਆਂ ਨੇ। ਸੋ ਵੀ ਹੈਵ ਸੋ ਮੈਨੀ ਥਿੰਗਸ। तो ਉਹਦੇ ਕਰਕੇ ਕੀ ਹੈਗਾ ਕਿ you need to consult an authentic ayurvedic expert for your treatment, otherwise side effects ਤੇ ਹਰ ਜਗ੍ਹਾ ਨੇ। ਹਾਂ ਬਿਲਕੁਲ ਬਿਲਕੁਲ ਉਹੀ ਹੈ ਕਿ ਤੁਸੀਂ ਉਸ ਚੀਜ਼ ਦੀ ਮਾਤਰਾ, ਜਿਸ ਤਰ੍ਹਾਂ ਕਹਿੰਦੇ ਨਾ ਕਿ ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਹੈ ਨਾ। ਜੇ ਤੁਸੀਂ ਇੱਕ ਅੱਛੀ ਉਹਨੂੰ ਪਲਾਨ ਕਰਕੇ ਅੱਛੇ ਮਿਕਸਚਰ ਵਿੱਚ ਕੋਈ ਵੀ ਚੀਜ਼ ਲੈਂਦੇ ਹੋ ਨਾ ਅੱਛੀ ਮਾਤਰਾ ਵਿੱਚ, ਤਾਂ ਉਹ ਤੁਹਾਡਾ ਜ਼ਰੂਰ ਭਲਾ ਕਰਦੀ ਹੈ। ਜੇ ਉਹਨੂੰ ਤੁਸੀਂ ਕਹਿੰਦੇ ਹੋ, ਜਿੱਦਾਂ ਪਿੱਛੇ ਡਾਕਟਰ ਆਤਮਜੀਤ ਸਿੰਘ ਜੀ ਆਏ ਸੀ ਅਤੇ ਉਹਨਾਂ ਨੇ ਕਿਹਾ ਸੀ ਕਿ ਉਹ ਮੈਂ ਇੱਕ ਜਿਹੜਾ ਕਿਸੇ ਨੂੰ ਟੂਥਪੇਸਟ ਰਿਕਮੈਂਡ ਕੀਤਾ ਅਤੇ ਉਹ 2 ਮਹੀਨੇ ਬਾਅਦ ਮੇਰੇ ਕੋਲ ਆਇਆ ਅਤੇ ਉਹ ਕਹਿੰਦਾ ਵੀ ਡਾਕਟਰ ਸਾਹਿਬ ਬੜਾ ਵਧੀਆ ਟੂਥਪੇਸਟ ਤੁਸੀਂ ਰਿਕਮੈਂਡ ਕੀਤਾ, ਮੈਂ 2 ਮਹੀਨੇ ਹੋ ਕੇ ਵਰਤਦਾ ਪਿਆ। ਅਤੇ ਡਾਕਟਰ ਸਾਹਿਬ ਨੇ ਕਿਹਾ ਅਰੇ ਉਹ ਵਰਤਣਾ ਸਿਰਫ 15 ਦਿਨ ਸੀ, ਮੈਂ 15 ਦਿਨ ਰਿਕਮੈਂਡ ਕੀਤਾ ਸੀ ਵੀ ਉਹਦੇ ਵਿੱਚ ਫਲੋਰਾਈਡ ਦੀ ਮਾਤਰਾ ਹੈਗੀ ਆ ਅਤੇ ਤੁਸੀਂ ਜ਼ਿਆਦਾ ਨਹੀਂ ਵਰਤ ਸਕਦੇ। ਸੋ ਕਈ ਵਾਰ ਅਸੀਂ ਕੋਈ ਚੀਜ਼ ਆਸੇ ਪਾਸੇ ਸੁਣ ਲੈਂਦੇ ਕਿ ਹਾਂ ਇਹ ਬੜੀ ਹੈਲਦੀ ਆ ਅਤੇ ਅਸੀਂ ਇਹਨੂੰ ਸਾਰਾ ਜਿਹੜਾ ਥਰੂ ਆਊਟ ਆਪਣੀ ਲਾਈਫ ਵਰਤ ਲਾਂਗੇ, ਇਸ ਤਰ੍ਹਾਂ ਨਹੀਂ ਹੈ। ਸੋ ਹਰ ਚੀਜ਼ ਦਾ ਜਿਹੜਾ ਹੈਗਾ ਬਹੁਤਾਤ ਉਹ ਮਾੜੀ ਹੁੰਦੀ ਹੈ। ਮੈਨੂੰ ਲੱਗਦਾ ਹੈ ਕਿ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਜਿਸ ਤਰ੍ਹਾਂ ਮੇਰੇ ਗਿਆਨ 'ਚ ਵਾਧਾ ਹੋ ਰਿਹਾ, ਤੁਹਾਨੂੰ ਵੀ ਜ਼ਰੂਰ ਅਲੱਗ-ਅਲੱਗ ਜਿਹੜੇ ਪਹਿਲੂਆਂ 'ਤੇ ਤੁਹਾਨੂੰ ਇਹਦੀ ਜਿਹੜੀ ਜਾਣਕਾਰੀ ਮਿਲੀ ਆ, ਜ਼ਰੂਰ ਤੁਹਾਨੂੰ ਇਹਦਾ ਫਾਇਦਾ ਮਿਲੇਗਾ। ਤਾਂ ਅਖੀਰ ਵਿੱਚ ਮੈਂ ਚਾਹਾਂਗਾ ਕਿ ਇੱਕ ਸੰਦੇਸ਼, ਅਤੇ ਮੈਂ ਇਹ ਵੀ ਸਾਰਿਆਂ ਨੂੰ ਦੱਸ ਦੇਵਾਂ ਕਿ ਇਹ ਵਿਸ਼ਵ ਪੋਸ਼ਣ ਜਿਹੜਾ ਸਪਤਾਹ
ਵੀਕ ਚੱਲ ਰਿਹਾ ਤੇ ਜਿਹਦੇ ਵਿੱਚ ਅਸੀਂ ਜਿਹੜਾ ਆਪਣੀ ਸਿਹਤ ਦਾ ਧਿਆਨ ਤਾਂ ਰੱਖਣਾ ਹੀ ਹੈ ਤੇ ਜਾਗਰੂਕ ਵੀ ਕਰਨਾ ਤੇ ਪਰਮ ਟੀਵੀ ਨੇ ਵੀ ਆਪਣੀ ਜ਼ਿੰਮੇਵਾਰੀ ਸੰਭਾਲੀ ਜਿਹਦੇ ਵਿੱਚ ਡਾਕਟਰ ਸਾਹਿਬ ਨੂੰ ਅਸੀਂ ਇੱਥੇ ਬੁਲਾਇਆ ਤੇ ਭਰਪੂਰ ਜਾਣਕਾਰੀ ਜੋ ਇੱਥੇ ਸ਼ੇਅਰ ਕਰ ਰਹੇ ਹਨ। ਪਰ ਫਿਰ ਵੀ ਅਸੀਂ ਸਮਝਦੇ ਹਾਂ ਕਿ ਜਿਸ ਤਰ੍ਹਾਂ ਕਈ ਸਾਰੇ ਡਿਜ਼ੀਜ਼ਜ਼ ਹਨ, ਕਿਸੇ ਨੂੰ ਸ਼ੂਗਰ ਹੈ, ਕਿਸੇ ਨੂੰ ਮੋਟਾਪਾ ਹੈ ਜਾਂ ਹੋਰ ਕਈ ਤਰ੍ਹਾਂ ਦੇ ਡਿਜ਼ੀਜ਼ ਹਨ ਤੇ ਉਹ ਆਪਣੀ ਡਾਈਟ ਜ਼ਰੂਰ ਪਲਾਨ ਕਰਵਾਉਣ। ਮੈਨੂੰ ਜਿੱਥੋਂ ਤੱਕ ਲੱਗ ਰਿਹਾ ਕਿ ਸ਼ਾਇਦ ਦਵਾਈਆਂ ਓਨੀਆਂ ਅਸਰ ਨਾ ਕਰਨ, ਸਹੀ ਖਾਣ ਪਾਣ ਤੇ ਸਹੀ ਆਪਣੀ ਜੋ ਲਾਈਫ ਸਟਾਈਲ ਹੈ ਜੋ ਉਹਨੂੰ ਆਪਾਂ ਸਹੀ ਕਰ ਲਈਏ। ਠੀਕ ਹੈ, ਡਾਕਟਰ ਸਾਹਿਬ ਦੀ ਸਲਾਹ ਜ਼ਰੂਰ ਲਵੋ ਤੁਸੀਂ ਤੇ ਇਹਨਾਂ ਨਾਲ ਤੁਸੀਂ ਆਨਲਾਈਨ ਕੰਸਲਟ ਜਿਹੜਾ ਹੈ ਕਰ ਸਕਦੇ ਹੋ। ਇਹ ਜਿਹੜਾ ਸਕਰੀਨ ਦੇ ਨੀਚੇ ਨੰਬਰ ਚੱਲ ਰਿਹਾ ਹੈ ਆਨਲਾਈਨ ਕੰਸਲਟੇਸ਼ਨ ਦਾ ਨੰਬਰ ਹੈ, ਇਹਨਾਂ ਨੂੰ ਤੁਸੀਂ ਪਰਸਨਲੀ ਕਾਲ ਕਰ ਸਕਦੇ ਹੋ। ਇਹਨਾਂ ਦੇ ਕਲੀਨਿਕ ਜਾ ਕੇ ਵੀ ਤੁਸੀਂ ਜਿਹੜਾ ਹੈ ਮਿਲ ਸਕਦੇ ਹੋ। ਆਲਰੇਡੀ ਡਾਕਟਰ ਸਾਹਿਬ ਜਿਹੜਾ ਆਨਲਾਈਨ ਕੰਸਲਟ ਕਰ ਰਹੇ ਹਨ ਥਰੂ ਆਊਟ ਦਾ ਵਰਲਡ, ਲੋਕੀ ਇਹਨਾਂ ਨੂੰ ਕੰਟੈਕਟ ਕਰਦੇ ਹਨ ਤੇ ਜਿਹੜਾ ਆਪਣਾ ਇਸ ਦਾ ਭਰਪੂਰ ਫਾਇਦਾ ਲੈ ਰਹੇ ਹਨ। ਸੋ ਅਖੀਰ ਤੇ ਇੱਕ ਮੈਸੇਜ ਵਜੋਂ ਸਮਝ ਲਓ ਜਾਂ ਇੱਕ ਜੋ ਵਿਸ਼ਵ ਪੋਸ਼ਣ ਸਪਤਾਹ ਚੱਲ ਰਿਹਾ, ਮੈਂ ਕਹਾਂਗਾ ਕਿ ਉਹਦੇ ਬਾਰੇ ਜ਼ਰੂਰ ਤੁਸੀਂ ਗੱਲ ਕਰੋ ਤੇ ਆਪਾਂ ਕਿਸ ਤਰ੍ਹਾਂ ਜਿਹੜਾ ਹੈਗਾ ਅਰੋਗ ਰਹਿ ਸਕਦੇ ਹਾਂ ਉਹਦੇ ਲਈ ਜੋ ਟਿਪਸ ਤੁਸੀਂ ਦੇ ਸਕਦੇ ਹੋ, ਫਾਈਨਲ ਟਿਪਸ, ਉਹ ਜ਼ਰੂਰ ਤੁਸੀਂ ਸਾਂਝੇ ਕਰੋ। ਹਾਂਜੀ, ਮੈਂ ਇੱਕ ਸ਼ਾਰਟ ਮੈਸੇਜ ਦੇਣਾ ਚਾਹਾਂਗੀ ਸਾਰੇ ਵਿਮਨ ਨੂੰ ਕਿ ਕਿਉਂਕਿ ਉਹ ਮੈਂ ਮੰਨਦੀ ਹਾਂ ਕਿ ਘਰ ਦੀ ਧੁਰੀ ਹੁੰਦੇ ਨੇ ਜਿਨ੍ਹਾਂ ਦੇ ਅਰਾਊਂਡ ਸਾਰੇ ਫੈਮਿਲੀ ਮੈਂਬਰਸ ਦੀ ਹੈਲਥ ਜਿਹੜੀ ਹੈ ਰਿਵੋਲਵ ਕਰਦੀ ਹੈ। ਕਿਉਂਕਿ ਜਦੋਂ ਮੈਂ ਪੇਸ਼ੈਂਟਸ ਮੇਰੇ ਕੋਲ ਆਉਂਦੇ ਨੇ ਯੰਗ ਏਜ ਦੇ ਸਪੈਸ਼ਲੀ ਹੈ ਨਾ, ਔਰ ਬਹੁਤ ਜ਼ਿਆਦਾ ਤੁਸੀਂ ਦੇਖੋ ਕਿ ਛੋਟੀ ਏਜ ਦੇ ਵਿੱਚ ਇਸ ਵੇਲੇ ਮੈਨੂੰ ਪ੍ਰੋਬਲਮਸ ਮਿਲ ਰਹੀਆਂ ਨੇ, ਡੀਜਨਰੇਟਿਵ ਡਿਸਆਰਡਰ, ਪ੍ਰੀਮੈਚੁਰ ਗ੍ਰੇਇੰਗ ਆਫ ਹੇਅਰਸ ਹੈ, ਈਵਨ ਡਾਇਬੀਟੀਜ਼ ਹੈ, ਗਰਲਸ ਦੇ ਵਿੱਚ PCODs ਦੇ ਕੇਸਿਸ ਬਹੁਤ ਕਾਮਨ ਹੋ ਰਹੇ ਨੇ ਐਂਡ ਥੀਸ ਆਰ ਆਲ ਲਾਈਫਸਟਾਈਲ ਡਿਸਆਰਡਰਸ। ਅਗਰ ਆਪਾਂ ਬਚਪਨ ਤੋਂ ਹੀ ਕੁਝ ਹੈਬਿਟਸ ਇਨਕਲਕੇਟ ਕਰਦੀ ਹੈ ਬੱਚਿਆਂ ਦੇ ਡਾਈਟ ਦੇ ਵਿੱਚ, ਰਾਈਟ, ਤੇ ਉਹਦੇ ਨਾਲ ਕੀ ਹੈਗਾ ਕਿ ਦੇ ਵਿਲ ਡੈਫੀਨੇਟਲੀ ਟਰਨ ਅਪ ਐਜ਼ ਐਨ ਹੈਲਥੀ ਇੰਡੀਵਿਜੂਅਲ। ਕਿਉਂਕਿ ਏਜ ਉਹੀ ਹੈ ਚੇਂਜ ਕਰਨ ਦੀ। आई हैव सीन मदर्स ਜਿਹੜੇ ਕਿ एक एज तो बाद कहते कि हम इतने साल तो हमने अब कुछ करा नहीं, अब बड़ा मुश्किल हो रहा है इन चीज़ों से दूर रखना। क्योंकि जो मैं मेरी जो डाइट प्लान्स ने बहुत ही सिंपल ने, इट कम्स फ्रॉम योर ओन ऑथेंटिक किचन। कोई बहुत फैंसी डाइट्स नहीं मैं देंदी या मैं बहुत कुछ इस तरह की चीज़ां नहीं देंदी, एवरीथिंग कम्स फ्रॉम योर किचन ओनली। बट अगेन दैट यू हैव टू मेक श्योर कि तुसी उस चीज़ ਨੂੰ फ्रैशली प्रिपेयर करो और इन्ना क टाइम ਜ਼ਰੂਰ ਕੱਢੋ कि वो चीज़ ਜਿਹੜੀ ਹੈਗੀ ਹੈ ਤੁਹਾਡੇ ਘਰ ਤੁਹਾਡੇ ਫੈਮਿਲੀ ਮੈਂਬਰ ਸਪੈਸ਼ਲੀ ਬੱਚਿਆਂ ਨੂੰ ਔਰ ਪੇਰੈਂਟਸ ਨੂੰ ਔਰ ਪਾਰਟਨਰਸ ਨੂੰ ਉਹ ਸਰਵ ਹੋਵੇ ਫਰੈਸ਼ਲੀ, ਸੋ ਡੈਟ ਵੀ ਆਲ ਕੈਨ ਲੇ। ਔਰ ਖਾਣਾ ਖਾਣ ਵੇਲੇ ਜ਼ਰੂਰ ਇਕੱਠੇ ਬੈਠੋ ਇੱਕ ਟਾਈਮ, ਬਿਕੋਜ਼ ਐਵਰੀਥਿੰਗ ਵਰਕਸ। ਤੁਹਾਡਾ ਮਾਈਂਡ ਔਰ ਬੋਡੀ ਐਵਰੀਥਿੰਗ ਅਲਾਈਨ ਹੋਏਗੀ ਤੇ ਡੈਫੀਨੇਟਲੀ ਉਹ ਡਾਈਟ ਵੀ ਤੁਹਾਡੇ ਨਾਲ ਵਰਕ ਕਰੇਗੀ। ਸੋ ਵਿਦ ਦਿਸ ਸ਼ਾਰਟ ਮੈਸੇਜ ਆਈ ਵਿਸ਼ ਯੂ everybody the best of your health. Thank you. ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ, ਤੁਸੀਂ ਇੱਥੇ ਆਏ ਤੇ ਸਾਡੇ ਦਰਸ਼ਕਾਂ ਨੂੰ ਭਰਪੂਰ ਜਾਣਕਾਰੀ ਦਿੱਤੀ। ਹੋਪ ਤੁਹਾਨੂੰ ਇਸ ਜਾਣਕਾਰੀ ਦਾ ਬਹੁਤ ਫਾਇਦਾ ਮਿਲੇਗਾ ਤੇ ਜੋ ਵੀ ਜਾਣਕਾਰੀ ਤੁਹਾਡੇ ਕੋਲ ਚੰਗੀ ਮਿਲੇ, ਸਭ ਤੋਂ ਪਹਿਲਾ ਕੰਮ ਆਪਣੇ ਤੱਕ ਨਾ ਰੱਖੋ, ਉਹਨੂੰ ਵੰਡੋ, ਠੀਕ ਹੈ, ਵੰਡ ਕੇ ਛਕੋ, ਠੀਕ ਹੈ, ਤਾਂ ਕਿ ਸਾਰਿਆਂ ਨੂੰ ਉਹਦਾ ਫਾਇਦਾ ਮਿਲੇ, ਕੰਜੂਸ ਨਾ ਬਣੋ। ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ, ਇਸ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਤਾਂ ਕਿ ਵੱਧ ਤੋਂ ਵੱਧ ਇਹਦਾ ਐਲਗੋਰਿਥਮ ਸੈੱਟ ਹੋਵੇ ਤੇ ਫਿਰ YouTube ਵੀ ਸਾਡੇ ਨਾਲ ਆ ਕੇ ਜੁੜ ਜਾਂਦਾ। ਜਿੰਨਾ ਤੁਹਾਡਾ ਲਾਈਕਸ ਵਧਦੇ ਨੇ YouTube ਓਨਾ ਹੀ ਇਸ ਨੂੰ ਹੋਰ ਬੰਦਿਆਂ ਤੱਕ ਇਸ ਦੇ ਇੰਪ੍ਰੈਸ਼ਨ ਪਹੁੰਚਾਉਂਦਾ। ਇੰਪ੍ਰੈਸ਼ਨ ਮੀਨਸ ਕਿ ਉਹ ਅੱਗੇ ਸ਼ੋਅ ਕਰਦਾ ਕਿ ਹਾਂ ਉਹ ਸਾਰੇ ਉਹਨੂੰ ਕਲਿੱਕ ਕਰਨ। ਸੋ ਜਿੰਨੇ ਤੁਹਾਡੇ ਲਾਈਕਸ, ਸਬਸਕ੍ਰਾਈਬਸ ਤੇ ਸ਼ੇਅਰ ਵਧਣਗੇ, YouTube ਇਸ ਨੂੰ ਹੋਰ ਅੱਗੇ ਜਿਹੜਾ ਹੈਗਾ ਇਹਨੂੰ ਲੈ ਕੇ ਆਏਗਾ। ਜਾਂ ਕਹਿ ਲਓ ਕਿ ਸਾਡੇ ਰੱਬ ਸਾਡੇ ਨਾਲ ਹੋ ਜਾਂਦਾ, ਜਿਸ ਤਰ੍ਹਾਂ ਕਹਿੰਦੇ ਨੇ ਕਿ ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਸੋ YouTube ਦਾ ਵੀ ਕੁਛ ਨਾ ਕੁਛ ਇਹ ਹਿਸਾਬ ਹੈ ਕਿ ਜਿੰਨੇ ਤੁਸੀਂ ਲਾਈਕ ਸਬਸਕ੍ਰਾਈਬਰ ਵਧਾਉਂਦੇ ਹੋ, ਸ਼ੇਅਰ ਵਧਾਉਂਦੇ ਹੋ, ਇਹ ਹੋਰ ਲੱਖਾਂ ਗੁਣਾ ਅੱਗੇ ਹੋ ਕੇ ਨਾ ਇਹ ਆਪ ਵੀ ਜਿਹੜਾ ਹੈ ਇਸ ਨੂੰ ਪ੍ਰਮੋਟ ਕਰਦਾ ਹੈ। ਸੋ ਇਸੇ ਹੀ ਆਸ ਦੇ ਨਾਲ ਕਿ ਤੁਸੀਂ ਇਸ ਨੂੰ ਜ਼ਰੂਰ ਲਾਈਕ ਕਰੋਗੇ ਤੇ ਵੱਧ ਤੋਂ ਵੱਧ ਨੂੰ ਸ਼ੇਅਰ ਕਰੋਗੇ, ਤਾਂ ਕਿ ਖਾਸ ਕਰਕੇ ਬੱਚਿਆਂ ਨੂੰ, ਜਿਵੇਂ ਉਹਨਾਂ ਨੇ ਦੱਸਿਆ, ਉਹਨਾਂ ਨੂੰ ਜਿਹੜਾ ਹੈਗਾ ਦਾ ਫਾਇਦਾ ਜ਼ਰੂਰ ਮਿਲ ਸਕੇ। ਸੋ ਇਹਨਾਂ ਹੀ ਸ਼ਬਦਾਂ ਨਾਲ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ, ਮਿਲਦੇ ਹਾਂ ਅਗਲੇ ਐਪੀਸੋਡ ਵਿੱਚ।